ਵਾਹਿਗੁਰੂ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਭ ਸੇ ਉਤਮ ਨਾਮ ਜੋ ਸਤਿਨਾਮ ਕਰਤਾਰ। ਕਿਰਪਾ ਕਰਕੇ ਬਖਸ਼ੀਏ ਸਦ ਰਾਖੋ ਪੁਰਤਾਰ। ਚਾਰੇ ਕੁੰਡਾਂ ਪੜ ਕੇ ਆਏ ਪਿਆ ਸ਼ਰਨਾਈ। ਨਾਨਕ ਸੱਚੇ ਪਾਤਸ਼ਾਹ ਡੁੱਬਦਾ ਲਿਆ ਕਢਾਈ। ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਈ। ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ। ਮੇਰੇ ਰਾਮ ਹਰਿ ਜਨ ਕੈ ਹਉ ਬਲ ਜਾਈ ਹਉ ਬਲ। ਮੇਰੇ ਰਾਮ ਹਰਿ ਜਨ ਕੈ ਹਉ ਬਲ ਜਾਈ ਹਉ ਬਲ ਜਾਈ। ਮੇਰੇ ਰਾਮ ਹਰਿ ਜਨ ਕੈ ਹਉ ਬਲ ਜਾਈ ਹਉ ਬਲ। ਮੇਰੇ ਰਾਮ ਹਰਿ ਜਨ ਕੈ ਹਉ ਬਲ ਜਾਈ ਹਉ ਬਲ ਜਾਈ। ਹਉ ਬਲ ਜਾਈ ਹਉ ਬਲ ਹਉ ਬਲ ਜਾਈ ਹਉ ਬਲ ਜਾਈ। ਹਉ ਬਲ ਜਾਈ ਹਉ ਬਲ ਜਾਈ ਹਉ ਬਲ ਜਾਈ ਹਉ ਬਲ ਜਾਈ। ਕੇਸਾਂ ਕਾ ਕਰ ਚਵਰ ਟੁਲਾਵਾਂ ਕੇਸਾਂ ਕਾ ਕਰ ਚਵਰ ਟੁਲਾਵਾਂ। ਚਰਨ ਧੂੜ ਮੁਖ ਲਾਈ ਚਰਨ ਧੂੜ ਮੁਖ ਲਾਈ ਪਿਆਰੇ। ਮੇਰੇ ਰਾਮ ਹਰਿ ਜਨ ਕੈ ਹਉ ਬਲ ਜਾਈ ਹਉ ਬਲ।
मेरे राम हर जन कै हाँ बल जाई हाँ बल जाई। भाग ठड़े हर संत तुम्हारे जिन कर तन हर नाम। प्रवाण गणी से ये आए सफलत ना कह काम। अंतर जामी पुरख विदाते शरदा मन की पूर। नानक दास है सुख मांगे कर संतन की दूर। परम सत्कारयोग सतगुरां दी साजी और नवाजी हुई गुरु प्यारी गुरु सवारी साध संगत जी, आओ ਆਪਾਂ ਸਾਰੇ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਗੁਰੂ ਸਾਹਿਬ ਜੀ ਦੀ ਗੋਦ ਦਾ ਆਨੰਦ ਮਾਣ ਰਹੇ ਹਾਂ। ਦਾਸਾਂ ਤੋਂ ਪਹਿਲਾਂ ਸਤਿਕਾਰਯੋਗ ਬਾਬਾ ਹਰਦੇਵ ਸਿੰਘ ਜੀ ਅਲਹੌਰਾ ਸਾਹਿਬ ਤੋਂ ਮਹਾਂਪੁਰਸ਼ ਆਪ ਜੀ ਨੂੰ ਨਿਹਾਲ ਕਰਕੇ ਗਏ ਹਨ। ਕੁਝ ਸਮਾਂ ਆਪਾਂ ਸਾਰਿਆਂ ਨੂੰ ਪ੍ਰਾਪਤ ਹੋਇਆ ਹੈ। ਕੋਈ ਵੀ ਬੇਨਤੀ ਆਰੰਭ ਕਰਨ ਤੋਂ ਪਹਿਲਾਂ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦਾ ਨਾਰਾ ਬੁਲੰਦ ਕਰੀਏ। ਸਭ ਸੰਗਤ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਕਿਰਪਾ ਦਾ ਸਦਕਾ ਅੱਜ ਇਸ ਚੱਲ ਰਹੇ ਸਮਾਗਮ ਦਾ ਜੋ ਆਖਰੀ ਦੀਵਾਨ ਇਸ ਸਾਲ ਦਾ ਸਮਾਪਤੀਆਂ ਵੱਲ ਨੂੰ ਵੱਧ ਰਿਹਾ ਹੈ। ਸ਼੍ਰੀਮਾਨ ਸੰਤ ਬਾਬਾ ਬਲਜੀਤ ਸਿੰਘ ਜੀ ਫੱਕਰ ਮਹਾਂਪੁਰਸ਼ ਜੋ ਜਪ ਤਪ ਸਮਾਗਮ ਉਹਨਾਂ ਵੱਲੋਂ ਆਰੰਭ ਕੀਤੇ ਗਏ ਸਨ। ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਅੱਜ ਦੀਵਾਨਾਂ ਦੀ ਸਮਾਪਤੀ ਜੋ ਨੇੜੇ ਲੱਗਣ ਵਾਲੀ ਹੈ। ਦਾਸਾਂ ਨੂੰ ਅੱਜ ਦੂਜੀ ਵਾਰ ਮਹਾਂਪੁਰਸ਼ਾਂ ਨੇ ਕਿਰਪਾ ਕੀਤੀ ਹੈ, ਸਮਾਂ ਬਖਸ਼ਿਸ਼ ਕੀਤਾ ਹੈ। ਭਾਵੇਂ ਕਿ ਸਮਾਂ ਕਾਫੀ ਉੱਪਰ ਹੋ ਚੁੱਕਿਆ ਹੈ। ਮੈਂ ਵਾਅਦਾ ਤਾਂ ਤੁਹਾਡੇ ਨਾਲ ਨਹੀਂ ਕਰਦਾ ਪਿਛਲੀ ਵਾਰੀ ਵਾਂਗੂ ਵੀ ਹੁਣ ਛੇਤੀ ਜਾਨ ਛੱਡ ਦਿਆਂਗੇ। ਆਖੋ ਸਤਿਨਾਮ। ਸੱਚੀ ਗੱਲ ਹੈ ਜੀ, ਜਦੋਂ ਪਿਛਲਾ ਦੀਵਾਨ ਅਸੀਂ ਲਾ ਕੇ ਗਏ ਨਾ ਜੀ, ਤੇ ਭਾਵੇਂ ਸਦਾ ਹੀ ਦੀਵਾਨਾਂ ਵਿੱਚ ਰਹੀਦਾ, ਕੀਰਤਨ ਕਰਨ ਜਾਈਦਾ, ਪਰ ਬਹੁਤ ਘੱਟ ਇਹੋ ਜਿਹੇ ਦੀਵਾਨ ਹੁੰਦੇ ਆ ਜਿੱਥੇ ਜਾ ਕੇ ਖੁਦ ਨੂੰ ਵੀ ਆਨੰਦ ਪ੍ਰਾਪਤ ਹੁੰਦਾ ਹੈ। ਤੇ ਸੱਚੀ ਗੱਲ ਹੈ ਜੀ, ਜਦੋਂ ਅਸੀਂ ਤੁਹਾਡੇ ਇੱਥੋਂ ਦੀਵਾਨ ਲਾ ਕੇ ਗਏ ਆ ਨਾ ਜੀ, ਸੱਚਮੁੱਚ ਇੱਕ ਵੱਖਰਾ ਜਿਹਾ ਆਨੰਦ ਪ੍ਰਾਪਤ ਹੋਇਆ। ਉਹਦਾ ਕਾਰਨ ਇਹ ਹੈ, ਇੱਕ ਤਾਂ ਸੰਗਤ ਸਾਰੀ ਬਹਿ ਕੇ ਟਿਕ ਕੇ ਸੁਣਨ ਵਾਲੀ ਸੀ। ਦੂਜੀ ਤੁਹਾਡੇ ਇਲਾਕੇ ਦੀ ਸਿਫਤ ਇਹ ਹੈ ਵੀ ਤੁਹਾਡੇ ਸੰਗਤ ਨੂੰ ਕਹਿਣਾ ਨਹੀਂ ਪੈਂਦਾ ਧਾਰਨਾ ਵਿੱਚ ਬੋਲੋ। ਇਹ ਸਿਫਤ ਹੈ ਜੀ ਤੁਹਾਡੀ। ਸਾਡੇ ਇਲਾਕੇ ਦੇ ਵਿੱਚ ਤਾਂ ਬੇਨਤੀਆਂ ਕਰਦੇ ਥੱਕ ਜਾਈਦਾ, ਕਈ ਵਾਰੀ ਸਾਰਾ ਦੀਵਾਨ ਲੱਗ ਜਾਂਦਾ, ਆਖਰੀ ਧਾਰਨਾ ਤੇ ਵੀ ਸੰਗਤ ਦੀ ਆਵਾਜ਼ ਨਹੀਂ ਨਿਕਲਦੀ। ਪਰ ਇਸ ਗੱਲ ਦਾ ਮਾਣ ਪ੍ਰਾਪਤ ਹੈ ਮਾਲਵੇ ਇਲਾਕੇ ਨੂੰ। ਧੰਨ ਸੰਤ ਮਹਾਰਾਜ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਮਹਾਂਪੁਰਸ਼ਾਂ ਨੇ ਇਹੋ ਜਿਹਾ ਰੰਗ ਚਾੜਿਆ ਇਹਨਾਂ ਇਲਾਕਿਆਂ ਦੇ ਵਿੱਚ। ਧੰਨ ਸੰਤ ਮਹਾਰਾਜ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਸਿਉੜਾ ਸਾਹਿਬ ਵਾਲਿਆਂ ਨੇ ਇਹੋ ਜਿਹਾ ਰੰਗ ਚਾੜਿਆ ਹੈ। ਰਾੜੇ ਵਾਲੇ ਮਹਾਂਪੁਰਸ਼ਾਂ ਨੇ ਇਹੋ ਜਿਹਾ ਰੰਗ ਚਾੜਿਆ ਹੈ, ਇਹੋ ਜਿਹੇ ਬੂਟੇ ਲਾਏ ਹਨ। ਭਾਵੇਂ ਸੰਸਾਰ ਤੋਂ ਗਿਆਨ ਨੂੰ ਅੱਧੀ ਸਦੀ ਤੋਂ ਵੱਧ ਹੋ ਗਿਆ, ਪਰ ਅੱਜ ਵੀ ਉਹ ਬੂਟੇ ਹਰੇ ਭਰੇ ਨੇ। ਆਖੋ ਸਤਿਨਾਮ।
ਅਸਲੀ ਮਹਾਂਪੁਰਸ਼ ਦੀ, ਸਾਧੂ ਦੀ ਇਹ ਨਿਸ਼ਾਨੀ ਹੁੰਦੀ ਹੈ। ਜਿਉਂਦਿਆਂ ਨੂੰ ਤਾਂ ਹਰ ਕੋਈ ਚੇਤੇ ਕਰਦਾ ਹੈ, ਹਰ ਕੋਈ ਗੱਲ ਵਕੜੀ ਵਿੱਚ ਲੈਂਦਾ ਹੈ, ਹਰ ਕੋਈ ਆਪਣੇ ਬਣਾ ਕੇ ਬੈਠਦਾ ਹੈ, ਪਰ ਪਤਾ ਜਾਣ ਤੋਂ ਬਾਅਦ ਵਿੱਚ ਲੱਗਦਾ ਹੈ। ਇਹ ਮਹਾਂਪੁਰਸ਼ਾਂ ਦੀ ਸੰਗਤ ਦਾ ਅਸਰ ਹੈ। ਇਹ ਤੁਹਾਡੇ ਵਿੱਚ ਕੁਆਲਿਟੀ ਹੈ, ਕੁਆਲਿਟੀ ਨੂੰ ਸਾਂਭ ਕੇ ਰੱਖਿਓ। ਭਾਵੇਂ ਕਿ ਅੱਜ ਮਹਾਂਪੁਰਸ਼ਾਂ ਦੇ ਖਿਲਾਫ ਬਹੁਤ ਤਰ੍ਹਾਂ ਦੇ ਪ੍ਰਚਾਰ ਹੁੰਦੇ ਨੇ, ਨਿੰਦਿਆ ਹੁੰਦੀ ਹੈ, ਜ਼ਹਿਰ ਉਗਲਿਆ ਜਾਂਦਾ ਹੈ, ਪਰ ਦਾਸ ਦੀ ਭਾਵਨਾ ਇਹ ਹੈ, ਜਿਨ੍ਹਾਂ ਨੇ ਪੱਕਿਆਂ ਦੀ ਸੰਗਤ ਕੀਤੀ ਹੈ, ਜਿਹੜੇ ਪੱਕਿਆਂ ਨਾਲ ਜੁੜੇ ਹੋਏ ਹਨ, ਜਾਂ ਜਿਨ੍ਹਾਂ ਨੇ ਕਿਸੇ ਦੇ ਰੂਬਰੂ ਹੋ ਕੇ ਮਹਾਂਪੁਰਸ਼ਾਂ ਤੱਕ ਪਹੁੰਚ ਕੀਤੀ ਹੈ, ਜਿਹਨੂੰ ਇੱਕ ਵਾਰੀ ਪੱਕਾ ਮਿਲ ਗਿਆ, ਉਹ ਕਦੇ ਵੀ ਸਤਿਪੁਰਸ਼ਾਂ ਤੋਂ ਟੁੱਟ ਨਹੀਂ ਸਕਦਾ ਹੈ, ਸਦਾ ਜੁੜਿਆ ਰਹੇਗਾ। ਸ਼੍ਰੀਮਾਨ ਸੰਤ ਬਾਬਾ ਹਰਦੇਵ ਸਿੰਘ ਜੀ ਲੂਲੋਵਾਲ ਵਾਲੇ ਮਹਾਂਪੁਰਸ਼ ਇੱਕ ਬਹੁਤ ਸੋਹਣਾ ਬਚਨ ਆਪਣੇ ਦੀਵਾਨਾਂ ਵਿੱਚ ਕਰਦੇ ਹੁੰਦੇ ਸੀ। ਉਹਨਾਂ ਨੇ ਕਹਿਣਾ ਜੀ, ਆਪਣੇ ਘਰੇ ਇਹਨਾਂ ਦੀ 3 ਤਰ੍ਹਾਂ ਦੇ ਪ੍ਰਾਹੁਣੇ ਆਉਂਦੇ ਆ, ਧਿਆਨ ਦੇ ਕੇ ਸੁਣਿਓ। ਸਾਰਿਆਂ ਦੇ ਘਰ ਦੇ ਵਿੱਚ ਮਹਾਂਪੁਰਸ਼ਾਂ ਨੇ ਸਮਝਾਉਣਾ, ਕਹਿਣਾ 3 ਤਰ੍ਹਾਂ ਦੇ ਪ੍ਰਾਹੁਣੇ ਹਰ ਘਰ ਵਿੱਚ ਆਉਂਦੇ ਆ। ਪਹਿਲੇ ਉਹ ਹੁੰਦੇ ਆ ਜਿਹੜੇ ਜਦੋਂ ਆਪਣੇ ਘਰ ਵਿੱਚ ਆਉਂਦੇ ਆ ਨਾ ਜੀ, ਤੇ ਆਪਣਾ ਮਨ ਨਹੀਂ ਕਰਦਾ ਵੀ ਸਾਡੇ ਘਰੋਂ ਇਹ ਬੰਦਾ ਚਲਿਆ ਜਾਵੇ। ਆਪਾਂ ਉਹਨਾਂ ਨੂੰ ਤਰ੍ਹਾਂ ਦੇ ਬਹਾਨੇ ਬਣਾ ਕੇ ਜੀ ਜਲ ਪਾਣੀ ਬਣਾਉਂਦੇ ਆ, ਚਾਹ ਬਣਾ ਲੈਂਦੇ ਆ, ਪ੍ਰਸ਼ਾਦਾ ਬਣਾ ਲੈਂਦੇ ਆ, ਰਾਤ ਰਹਿ ਕੇ ਜਾਓ, 2 ਦਿਨ ਰੁਕ ਕੇ ਚਲੇ ਜਾਇਓ, ਕੋਈ ਨਾ ਕੋਈ ਬਹਾਨਾ ਲਾ ਕੇ ਬਿਠਾਉਂਦੇ ਆ ਵੀ ਕਿਤੇ ਸਾਡੇ ਘਰੋਂ ਇਹ ਬੰਦਾ ਚਲਿਆ ਨਾ ਜਾਵੇ। ਮਹਾਂਪੁਰਸ਼ਾਂ ਨੇ ਕਹਿਣਾ ਇਹ ਪਹਿਲੀ ਕਿਸਮ ਦੇ ਪ੍ਰਾਹੁਣੇ ਹੁੰਦੇ ਆ। ਅੱਛਾ, ਦੂਜੀ ਕਿਸਮ ਵਾਲੇ ਉਹ ਹੁੰਦੇ ਆ ਜੀ ਜਿਹੜੇ ਫਟਾਫਟ ਆਏ, ਸਤਿ ਸ੍ਰੀ ਅਕਾਲ ਬੁਲਾਈ, ਹਾਲ ਚਾਲ ਪੁੱਛਿਆ, ਚਾਹ ਪਾਣੀ ਪੀਤਾ, ਚੰਗਾ ਵੀ ਅਸੀਂ ਚੱਲਦੇ ਹਾਂ, ਤਾਂ ਆਪਾਂ ਕਹਿੰਦੇ ਚੰਗਾ ਜੀ ਮਹਾਰਾਜ ਕਦੇ ਫੇਰ ਗੇੜਾ ਮਾਰਿਓ, ਜ਼ਰੂਰ ਆਇਓ। ਆਪਾਂ ਕੋਸ਼ਿਸ਼ ਨਹੀਂ ਕਰਦੇ ਵੀ ਬਹਿ ਜਾ ਭਾਈ ਰੁਕ ਕੇ ਜਾਏ। ਇਹ ਦੂਜੀ ਕਿਸਮ ਵਾਲੇ, ਧਿਆਨ ਦੇ ਕੇ ਸੁਣਿਓ, ਕਾਗਰਤਾ ਬਣਾ ਕੇ ਰੱਖਿਓ। ਮਹਾਂਪੁਰਸ਼ਾਂ ਨੇ ਸਮਝਾਉਣਾ, ਕਹਿਣਾ ਤੀਜੀ ਕਿਸਮ ਦੇ ਉਹ ਹੁੰਦੇ ਐ, ਪਹਿਲੇ ਹੋ ਗਏ ਜਿਨ੍ਹਾਂ ਨੂੰ ਆਪਾਂ ਆਪਣੇ ਘਰ ਵਿੱਚੋਂ ਜਾਣ ਨਹੀਂ ਦੇਣਾ ਚਾਹੁੰਦੇ, ਦੂਜੇ ਉਹ ਹੋ ਗਏ ਜਿਹੜੇ ਆਏ ਘੜੀ ਬੈਠੇ ਚਲੇ ਗਏ, ਤੇ ਤੀਜੇ ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਉਹ ਪ੍ਰਾਹੁਣੇ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਚਾਹੁੰਦੇ ਨਹੀਂ ਵੀ ਇਹ ਬੰਦਾ ਸਾਡੇ ਘਰੇ ਕਦੇ ਪੈਰ ਪਾਵੇ। ਕਦੇ ਆ ਵੀ ਜਾਵੇ ਤੇ ਅੰਦਰੋਂ ਬਹਾਨਾ ਲੱਗ ਜਾਂਦਾ ਵੀ ਕਹਿ ਦਿਓ ਆਜ ਸਰਦਾਰ ਜੀ ਘਰੇ ਨਹੀਂ ਕਿਤੇ ਗਏ ਹੋਏ ਆ। ਕਿਤੇ ਫੋਨ ਵੀ ਆ ਜਾਵੇ ਤੇ ਆਪਾਂ ਕਹਿੰਦੇ ਆ ਜੀ ਸਾਨੂੰ ਅੱਜ ਕੋਈ ਕੰਮ ਹੈ, ਕਿਤੇ ਚੱਲੇ ਆ, ਫੇਰ ਗੇੜਾ ਮਾਰੀਏ। ਮਹਾਂਪੁਰਸ਼ਾਂ ਨੇ ਬਹੁਤ ਸੋਹਣੀ ਉਦਾਹਰਣ ਦੇ ਕੇ ਸਮਝਾਉਣਾ, ਕਹਿਣਾ ਸੰਗਤ ਦੇ ਵਿੱਚ ਵੀ 3 ਤਰ੍ਹਾਂ ਦੇ ਪ੍ਰਾਹੁਣੇ ਆਉਂਦੇ ਆ। ਹੁਣ ਆਪੋ ਆਪਣੇ ਵੱਲ ਝਾਤੀ ਮਾਰ ਕੇ ਸਾਰੇ ਜਾਣੇ ਵੇਖਿਓ, ਚਾਹੇ ਜਿੰਨੇ ਭਾਈ ਬੈਠੇ ਹੋ, ਜਿੰਨੀਆਂ ਬੀਬੀਆਂ ਬੈਠੀਆਂ ਹੋ, ਜਿੰਨੀਆਂ ਭੈਣਾਂ ਬੈਠੀਆਂ, ਸਾਰੇ ਆਪਣੇ ਆਪ ਵੱਲ ਝਾਤੀ ਮਾਰ ਕੇ ਦੇਖਿਓ। ਜਦੋਂ ਤੁਸੀਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਨਮਸਕਾਰ ਕਰਦੇ ਹੋ, ਮੱਥਾ ਟੇਕਦੇ ਹੋ, ਬਾਣੀ ਪੜ੍ਹਨ ਲੱਗਦੇ ਹੋ ਨਾ ਜੀ, ਇਹ ਵੇਖਣਾ ਅਸੀਂ ਕਿਹੜੀ ਕੈਟਾਗਰੀ ਵਿੱਚ ਆਉਂਦੇ ਆ। ਜੇ ਤੁਹਾਡਾ ਬਾਣੀ ਪੜ੍ਹਦਿਆਂ ਦਾ ਹਟਣ ਨੂੰ ਮਨ ਨਹੀਂ ਕਰਦਾ, ਇੱਕ ਪਾਠ ਜਪਜੀ ਸਾਹਿਬ ਜੀ ਦਾ ਕੀਤਾ, ਦੂਜਾ ਕਰਨ ਲੱਗ ਪਏ, ਦੂਜਾ ਕਰਦੇ ਕਰਦੇ ਸਮਾਪਤੀ ਹੋ ਗਈ, ਤੀਜਾ ਕਰਨ ਲੱਗ ਪਏ, ਮਨ ਕਰਦਾ ਹਜੇ ਹੋਰ 2 ਪਾਠ ਹੋ ਜਾਣ। ਜੇ ਸੇਵਾ ਕਰਦੇ ਹੋ, ਮਨ ਵਿੱਚ ਆਉਂਦਾ ਵੀ ਹਜੇ 2 ਘੰਟੇ ਹੋਰ ਸੇਵਾ ਕੀਤੀ ਜਾਵੇ। ਆਪਣੇ ਆਪ ਨੂੰ ਵੱਡਿਆਂ ਭਾਗਾਂ ਵਾਲੇ ਸਮਝਿਓ। ਆਪਣੇ ਮਨ ਵਿੱਚ ਇਹ ਗੱਲ ਮੰਨ ਲਿਓ, ਗੁਰੂ ਸਾਹਿਬ ਨਹੀਂ ਚਾਹੁੰਦੇ ਬੰਦਾ ਮੇਰੇ ਘਰੋਂ ਚਲਿਆ ਜਾਵੇ। ਆਖੋ ਸਤਨਾਮ। ਸੈਟਿੰਗ ਕਰਾਓ, ਅੱਜ ਗੱਲ ਕੰਮ ਖਰਾਬ ਹੈ। ਕੀ ਗੱਲ ਕੀ ਹੈ? ਗੁਰੂ ਸਾਹਿਬ ਨਹੀਂ ਚਾਹੁੰਦੇ ਬੰਦਾ ਮੇਰੇ ਘਰੋਂ ਚਲਿਆ ਜਾਵੇ। ਜਦੋਂ ਆਪਣਾ ਮਨ ਲੱਗਦਾ ਨਾ ਜੀ ਬਾਣੀ ਪੜ੍ਹਨ ਦੇ ਵਿੱਚ, ਸਿਮਰਨ ਕਰਨ ਦੇ ਵਿੱਚ, ਸੇਵਾ ਕਰਨ ਦੇ ਵਿੱਚ। ਹੁਣ ਜਿੰਨੇ ਤੁਸੀਂ ਬੈਠੇ ਹੋ ਇੱਥੇ ਸਾਰੇ ਜਾਣੇ, ਭਾਵੇਂ 10 ਵਜਣ ਲੱਗੇ ਹਨ, ਚਾਹੇ ਆਪਾਂ 10 ਵਜੇ ਸਮਾਪਤੀ ਤੁਸੀਂ ਆਪਣੇ ਦੀਵਾਨ ਦੀ ਕਰ ਦਿੰਦੇ ਹੋ ਰੋਜ਼, ਪਰ ਜੇ ਹਜੇ ਵੀ ਮਨ ਕਰਦਾ ਹੈ ਹੋਰ ਘੰਟਾ ਕੀਰਤਨ ਕੀਤਾ ਜਾਵੇ, ਬਹਿ ਕੇ ਸੁਣਿਆ ਜਾਵੇ, ਗੁਰੂ ਸਾਹਿਬ ਦੇ ਦਰਸ਼ਨ ਕੀਤੇ ਜਾਣ, ਸਮਝ ਲਓ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਰਜ਼ੀ ਨਹੀਂ ਹੈ ਸੰਗਤ ਮੇਰੇ ਦਰਬਾਰ ਵਿੱਚ ਉੱਠ ਕੇ ਚਲੀ ਜਾਵੇ। ਇਧਰ ਧਿਆਨ ਰੱਖਿਓ, ਅੱਜ ਹਿਲਜੁਲ ਥੋੜੀ ਜਿਹੀ ਹੁੰਦੀ ਹੈ, ਟਿਕਾ ਬਣਾ ਲਓ ਭਾਈ। ਅਸੀਂ ਵੀ 150-200 ਕਿਲੋਮੀਟਰ ਦੀ ਵਾਟ ਤੋਂ ਚੱਲ ਕੇ ਆਏ, ਤੇ ਬਸ ਇਹ ਤੁਹਾਡੇ ਕੋਲ ਆਨੰਦ ਲੈਣ ਵਾਸਤੇ ਆਏ। ਦੂਜੀ ਕਿਸਮ ਵਾਲੇ ਉਹ ਹੁੰਦੇ ਹਨ ਜਿਹੜੇ ਭੱਜੇ ਭੱਜੇ ਗੁਰਦੁਆਰੇ ਆਏ, ਮੱਥਾ ਟੇਕਿਆ, ਪ੍ਰਸ਼ਾਦ ਲਿਆ, ਫਟਾਫਟ ਪਾਇਆ ਜੋੜਾ ਤੇ ਆਪਣੇ ਘਰ ਨੂੰ। ਇਹ ਦੂਜੀ ਕਿਸਮ ਵਾਲੇ ਹੁੰਦੇ ਹਨ
ਤੇ ਮਹਾਂਪੁਰਸ਼ਾਂ ਨੇ ਕਹਿਣਾ ਤੀਜੀ ਕਿਸਮ ਦੇ ਪ੍ਰਾਹੁਣਿਆਂ ਨੂੰ ਆਪਣੇ ਮੱਥੇ ਤੇ ਹੱਥ ਮਾਰ ਕੇ ਪਿੱਟਣਾ ਰੋਣਾ ਚਾਹੀਦਾ ਹੈ। ਸਾਡੇ ਕੋਲ ਇਹੋ ਜਿਹਾ ਕਿਹੜਾ ਗੁਨਾਹ ਹੋ ਗਿਆ ਗੁਰੂ ਸਾਹਿਬ ਨਹੀਂ ਚਾਹੁੰਦੇ ਬੰਦਾ ਮੇਰੇ ਚਰਨਾਂ ਵਿੱਚ ਆਵੇ। ਆਖੋ ਸਤਿਨਾਮ। ਜਿੱਡਾ ਤੁਹਾਡਾ ਨਗਰ ਹੈ ਜਾਂ ਇਲਾਕੇ ਦੀ ਸੰਗਤ ਹੈ, ਸਾਰੀ ਤਾਂ ਨਹੀਂ ਆਈ ਹੈ ਅੱਜ। ਨਗਰ ਦੇ ਵਿੱਚੋਂ ਸਾਰੇ ਤਾਂ ਨਹੀਂ ਆਏ ਹੋਏ। ਕੁਛ ਆਪਣੇ ਘਰਾਂ ਵਿੱਚ ਬੈਠੇ ਹੋਣਗੇ, ਕੁਛ ਟੀਵੀ ਲਾ ਕੇ ਬੈਠੇ ਹੋਣਗੇ, ਕੁਛ ਮੋਬਾਈਲ ਦੇਖਦੇ ਹੋਣਗੇ, ਕੋਈ ਗੱਪਾਂ ਛੱਪਾਂ ਮਾਰੀ ਜਾਂਦੇ ਹੋਣਗੇ। ਇਹ ਤੀਜੀ ਕਿਸਮ ਵਾਲੇ ਹਨ ਜਿਨ੍ਹਾਂ ਨੂੰ ਸਤਿਗੁਰੂ ਨਹੀਂ ਚਾਹੁੰਦੇ ਕਿ ਮੇਰੇ ਚਰਨਾਂ ਵਿੱਚ ਆ ਕੇ ਬੈਠੇ। ਮਹਾਰਾਜ ਦੀ ਬਾਣੀ ਦਾ ਬਚਨ ਹੈ, ਆਪੇ ਸੰਗਤ ਸੱਦ ਬਹਾਲੇ, ਆਪੇ ਵਿਦਾ ਕਰਾਵੇ। ਸੱਦਣ ਵਾਲਾ ਵੀ ਆਪ ਹੈ, ਬਿਠਾਉਣ ਵਾਲਾ ਵੀ ਆਪ ਹੈ, ਸੁਣਾਉਣ ਵਾਲਾ ਵੀ ਆਪ ਹੈ, ਤੇ ਬਖਸ਼ਿਸ਼ਾਂ ਕਰਨ ਵਾਲਾ ਵੀ ਆਪ ਹੈ। ਕਿਸੇ ਨੇ ਨਾ ਜੀ ਆਪਣੇ ਗੱਡੀ ਚਲਾਉਣ ਵਾਸਤੇ ਇੱਕ ਨੌਕਰ ਰੱਖਿਆ ਹੋਇਆ ਸੀ। ਧਿਆਨ ਦੇ ਕੇ ਸੁਣਿਓ। ਉਹ ਖੁਦ ਵੀ ਅੰਮ੍ਰਿਤਧਾਰੀ ਸੀ, ਗੱਡੀ ਦਾ ਮਾਲਕ। ਜਿਹੜਾ ਉਹਨੇ ਨੌਕਰ ਰੱਖਿਆ ਸੀ ਉਹ ਵੀ ਅੰਮ੍ਰਿਤਧਾਰੀ ਸੀ, ਗੁਰਸਿੱਖ ਸੀ। ਹੁਣ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ, ਜਦੋਂ ਆਪਾਂ ਅੰਮ੍ਰਿਤ ਛਕਦੇ ਆ ਤੇ ਪੰਜਾਂ ਸਿੰਘਾਂ ਦਾ ਬਚਨ ਹੁੰਦਾ ਹੈ ਵੀ ਅੰਮ੍ਰਿਤਧਾਰੀ ਸਿੰਘ ਨੇ ਘੱਟੋ ਘੱਟ 24 ਘੰਟਿਆਂ ਵਿੱਚ ਇੱਕ ਵਾਰੀ ਗੁਰੂ ਸਾਹਿਬ ਦੇ ਦਰਸ਼ਨ ਕਰਨ ਜ਼ਰੂਰ ਗੁਰਦੁਆਰੇ ਜਾਣਾ ਹੈ। ਜਿੰਨੇ ਤੁਹਾਡੇ ਚੋਂ ਅੰਮ੍ਰਿਤ ਛਕੇ ਵਾਲੇ ਬੈਠੇ ਹਨ ਉਹਨਾਂ ਸਾਰਿਆਂ ਨੂੰ ਪਤਾ ਹੋਏਗਾ। ਹੁੰਦਾ ਨਾ ਜੀ ਬਚਨ ਗੁਰੂ ਸਾਹਿਬ ਦਾ ਇਹ ਵੀ 24 ਘੰਟਿਆਂ ਵਿੱਚੋਂ ਇੱਕ ਵਾਰੀ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਜ਼ਰੂਰ ਜਾਣਾ ਹੈ। ਤੇ ਮਾਫ ਕਰਿਓ, ਹੁਣ ਤੇ ਗੱਲ ਬਹੁਤ ਦੂਰ ਲੱਗ ਗਈ। ਅਸੀਂ 24 ਘੰਟਿਆਂ ਵਿੱਚ ਇੱਕ ਵਾਰੀ ਦਰਸ਼ਨ ਤਾਂ ਕੀ ਕਰਨੇ, ਕਈ ਤਾਂ ਸੰਗਰਾਂਦਗੇ ਸਿੱਖ ਬੈਠੇ ਹੁੰਦੇ ਨੇ। ਸੰਗਰਾਂਦ ਦੀ ਸੰਗਰਾਂਦ ਜਾਣਗੇ, ਭੱਜੇ ਭੱਜੇ ਪ੍ਰਸ਼ਾਦ ਲੈਣਗੇ, ਆਪਣੇ ਘਰ ਨੂੰ ਮੁੜ ਕੇ ਮਹੀਨਾ ਗੁਰਦੁਆਰੇ ਦਾ ਮੂੰਹ ਹੀ ਨਹੀਂ ਵੇਖਣਾ ਹੈ। ਤੇ ਯਾਦ ਰੱਖਿਓ, ਜਿਹੜੇ ਬੰਦੇ ਗੁਰੂ ਘਰ ਨਹੀਂ ਜਾਂਦੇ ਹਨ, ਜੇ ਉਹ ਸੰਗਰਾਂਦ ਤੇ ਵੀ ਨਾ ਜਾਣ, ਮੱਸਿਆ ਪੁੰਨਿਆਂ ਤੇ ਵੀ ਨਾ ਜਾਣ, ਗੁਰਦੁਆਰੇ ਨੂੰ ਕੋਈ ਘਾਟਾ ਨਹੀਂ ਹੈ। ਇਸ ਖਸਮ ਨੂੰ ਕਿਸੇ ਗੱਲ ਦਾ ਘਾਟਾ ਨਹੀਂ ਹੈ। ਜੇ ਉਹ ਕਹਿਣ ਸਾਡੇ ਨਾ ਜਾਣਦਾ ਸ਼ਾਇਦ ਪਤਾ ਨਹੀਂ ਗੁਰਦੁਆਰੇ ਗੁਰੂ ਸਾਹਿਬ ਜੀ ਨੂੰ ਸੰਗਤ ਮੱਥਾ ਟੇਕਣ ਵਾਲੀ ਘਟ ਜਾਏਗੀ। ਜੇ ਸਿੱਖ ਨੇ ਗੁਰੂ ਦੇ ਚਰਨਾਂ ਵਿੱਚ ਆਉਣਾ ਤਾਂ ਕੁਝ ਲੈਣ ਵਾਸਤੇ ਆਉਣਾ ਹੈ। ਉਹ ਕਹਾਵਤ ਹੈ ਪੰਜਾਬੀ ਦੀ, ਕਹਿੰਦੇ ਖੂਹ ਕਦੇ ਪਿਆਸੇ ਕੋਲ ਚੱਲ ਕੇ ਨਹੀਂ ਜਾਂਦਾ ਹੁੰਦਾ, ਪਿਆਸਾ ਖੂਹ ਦੇ ਕੋਲ ਚੱਲ ਕੇ ਜਾਂਦਾ ਹੁੰਦਾ। ਜੇ ਕੋਈ ਬੰਦਾ ਪਿਆਸਾ ਆਖੇ ਮੈਂ ਖੂਹ ਤੇ ਨਹੀਂ ਜਾਣਾ, ਤੇ ਪਿਆਸਾ ਤੂੰ ਰਹੇਗਾ, ਖੂਹ ਦਾ ਕੀ ਜਾਂਦਾ ਹੈ। ਕਦੇ ਖੂਹ ਚੱਲ ਕੇ ਗਿਆ ਨਹੀਂ ਕਿਸੇ ਤਿਹਾਈ ਦੇ ਕੋਲ, ਆਪ ਜਾਣਾ ਪੈਂਦਾ ਹੈ। ਉਹ ਨਾ ਜੀ ਉਹਦਾ ਡਰਾਈਵਰ ਵੀ ਅੰਮ੍ਰਿਤਧਾਰੀ, ਆਪ ਵੀ ਅੰਮ੍ਰਿਤ ਛਕਿਆ ਹੋਇਆ, ਕਦੇ ਗੁਰਦੁਆਰੇ ਜਾ ਆਉਣਾ, ਕਦੇ ਨਾ ਜਾ ਆਉਣਾ, ਕਦੇ ਮੱਥਾ ਟੇਕ ਆਉਣਾ, ਕਦੇ ਨਾ ਟੇਕ ਆਉਣਾ, ਕਹਿਣਾ ਮੈਨੂੰ ਕੰਮ ਬਹੁਤ ਹੈ, ਮੈਂ ਬਿਜੀ ਬਹੁਤਾ ਹੈ। ਇੱਕ ਦਿਨ ਉਹਦਾ ਡਰਾਈਵਰ ਕਹਿੰਦਾ ਜੀ ਤੁਸੀਂ ਇਦਾਂ ਕਰੋ, ਤੁਸੀਂ ਬੇਸ਼ੱਕ ਨਾ ਗੁਰਦੁਆਰੇ ਜਾਇਆ ਕਰੋ ਪਰ ਮੈਨੂੰ ਮੱਥਾ ਟੇਕ ਆਉਣ ਦਿਆ ਕਰੋ। ਜਦੋਂ ਤੁਹਾਡੀ ਗੱਡੀ ਲੈ ਕੇ ਮੈਂ ਕਿਤੇ ਜਾਣਾ ਹੈ, ਜਾਣ ਤੋਂ ਪਹਿਲਾਂ ਤੁਸੀਂ ਮੈਨੂੰ ਜਾ ਆਉਣ ਦਿਆ ਕਰੋ। ਬਹੁਤ ਗੌਰ ਨਾਲ ਗੱਲ ਸੁਣਿਓ ਜੀ, ਬੜੀ ਕੰਮ ਆਏਗੀ ਤੁਹਾਡੇ ਸਾਰਿਆਂ ਦੇ। ਉਹਦਾ ਮਾਲਕ ਕਹਿੰਦਾ ਚੰਗਾ ਕੋਈ ਗੱਲ ਨਹੀਂ, ਮੇਰੇ ਕੋਲ ਸਮਾਂ ਨਹੀਂ ਗੁਰਦੁਆਰੇ ਜਾਣ ਦਾ, ਮੈਂ ਗੱਡੀ 'ਚ ਬੈਠਾ ਰਹੂੰ, ਤੂੰ ਭੱਜ ਕੇ ਮੱਥਾ ਟੇਕ ਆਈ। ਕਹਿੰਦੇ ਜੀ ਠੀਕ ਹੈ। ਗੁਰਦੁਆਰਾ ਸਾਹਿਬ ਆਏ, ਦਰਬਾਰ ਸਾਹਿਬ ਦੇ ਗੇਟ ਦੇ ਮੂਹਰੇ ਗੱਡੀ ਏਦਾਂ ਲਾ ਦਿੱਤੀ ਆ ਕੇ। ਉਹ ਮਾਲਕ ਉਹਦਾ ਗੱਡੀ ਦਾ ਵਿੱਚ ਬੈਠਾ ਰਿਹਾ, ਡਰਾਈਵਰ ਆ ਗਿਆ ਮੱਥਾ ਟੇਕਣ। ਅੰਦਰ ਹੁੰਦਾ ਸੀ ਕੀਰਤਨ। ਉਹ ਨਾ ਜਦੋਂ ਮੱਥਾ ਟੇਕ ਕੇ ਬੈਠਾ, ਉਹਦੀ ਬਿਰਤੀ, ਉਹਦੀ ਸੁਰਤ ਜਿਹੜੀ ਕੀਰਤਨ ਵਿੱਚ ਖੁੱਭ ਗਈ। ਟਿਕਾ ਬਣ ਗਿਆ, ਆਨੰਦ ਬਣ ਗਿਆ, ਉੱਠਣ ਨੂੰ ਮਨ ਨਾ ਕਰੇ। 10 ਮਿੰਟ ਲੰਘ ਗਏ, 15 ਲੰਘ ਗਏ, 20 ਲੰਘ ਗਏ, ਅੱਧਾ ਘੰਟਾ ਲੰਘ ਗਿਆ, ਘੰਟਾ ਲੰਘ ਗਿਆ, ਉਹਦਾ ਮਨ ਨਾ ਕਰੇ ਕਿ ਉੱਠ ਕੇ ਮੈਂ ਜਾਵਾਂ। ਬਾਹਰ ਦਾ ਚੇਤਾ ਹੀ ਭੁੱਲ ਗਿਆ ਵੀ ਮੇਰਾ ਮਾਲਕ ਮੈਨੂੰ ਗੱਡੀ 'ਚ ਬੈਠਾ ਉਡੀਕਦਾ ਹੈ। ਅੱਛਾ, ਉਹ ਆਪਣੇ ਆਨੰਦ ਵਿੱਚ ਅੰਦਰ ਬੈਠਾ ਹੈ, ਗੁਰੂ ਸਾਹਿਬ ਜੀ ਦੀ ਬਾਣੀ ਦਾ ਆਨੰਦ ਲੈ ਰਿਹਾ ਹੈ। ਜਿਹੜਾ ਬਾਹਰ ਗੱਡੀ 'ਚ ਬੈਠਾ ਉਹਦੀ ਹਿੰਮਤ ਨਹੀਂ ਪੈਂਦੀ ਮੈਂ ਜਾ ਕੇ ਆਪ ਆਵਾਜ਼ ਮਾਰ ਲਿਆਵਾਂ। ਆਪਣੀ ਗੱਡੀ ਦੇ ਵਿੱਚ ਬੈਠਾ ਹੀ ਨਾ ਅੰਦਰੋਂ ਅੰਦਰ ਹੀ ਕ੍ਰੋਧ ਨਾਲ ਬੜਾ ਖਿਜੀ ਜਾਂਦਾ ਹੈ ਵੀ ਇਹਨੂੰ ਮੈਂ ਕਿਹਾ ਸੀ ਫਟਾਫਟ ਮੱਥਾ ਟੇਕ ਕੇ ਮੁੜੇਂਗੇ, ਅੰਦਰ ਦਾ ਅੰਦਰ ਹੀ ਬੈਠਾ, ਬਾਹਰ ਹੀ ਨਹੀਂ ਆਉਂਦਾ। ਉਹਨੂੰ ਘੰਟੇ ਕੇ ਪਿੱਛੋਂ ਯਾਦ ਆਇਆ ਵੀ ਮੇਰਾ ਤੇ ਮਾਲਕ ਮੈਨੂੰ ਉਡੀਕਦਾ ਹੋਣਾ ਬਾਹਰ। ਫਟਾਫਟ ਮੱਥਾ ਟੇਕਿਆ, ਪ੍ਰਸ਼ਾਦ ਲਿਆ, ਭੱਜ ਕੇ ਜੁੱਤੀ ਪਾਈ ਤੇ ਗੱਡੀ 'ਚ ਬਹਿ ਗਿਆ। ਉਹਦਾ ਮਾਲਕ ਨਾ ਖਿੱਚ ਕੇ ਉਹਦੇ ਗਲ ਪੈ ਕੇ ਕਹਿੰਦਾ ਉਹ ਗੱਲ ਸੁਣ, ਕਹਿੰਦਾ ਤੈਨੂੰ ਅੰਦਰ ਕਿਹਨੇ ਫੜ ਲਿਆ ਜਿਹਨੇ ਬਾਹਰ ਨਹੀਂ ਆਉਣ ਦਿੱਤਾ। ਬੜੇ ਗੁੱਸੇ ਨਾਲ ਬੋਲਿਆ, ਤੈਨੂੰ ਅੰਦਰ ਕਹਿੰਦਾ ਕਿਹਨੇ ਫੜ ਲਿਆ ਸੀ ਜਿਹਨੇ ਤੈਨੂੰ ਬਾਹਰ ਨਹੀਂ ਆਉਣ ਦਿੱਤਾ।
ਜਿਹੜਾ ਉਹਦਾ ਮਾਲਕ ਸੀ ਨਾ, ਜਦੋਂ ਇਹਨੇ ਉਹ ਗੱਲ ਕਹੀ ਤੇ ਉਹਦਾ ਨੌਕਰ ਨੇ ਪਤਾ ਕਿੰਨਾ ਸੋਹਣਾ ਜਵਾਬ ਦਿੱਤਾ, ਸੁਣਿਓ। ਹੱਸ ਕੇ ਹੱਥ ਜੋੜ ਕੇ ਕਹਿਣ ਲੱਗਾ, ਜੀ ਮੈਨੂੰ ਉਹਨੇ ਨਹੀਂ ਬਾਹਰ ਆਉਣ ਦਿੱਤਾ ਜਿਹਨੇ ਤੈਨੂੰ ਅੰਦਰ ਨਹੀਂ ਆਉਣ ਦਿੱਤਾ। ਆਖੋ ਸਤਿਨਾਮ। ਫੇਰ ਸੁਣਿਓ, ਮੈਨੂੰ ਉਹਨੇ ਨਹੀਂ ਬਾਹਰ ਆਉਣ ਦਿੱਤਾ ਜਿਹਨੇ ਤੈਨੂੰ ਅੰਦਰ ਨਹੀਂ ਆਉਣ ਦਿੱਤਾ। ਵਡਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ, ਵਡਭਾਗੀ ਹਰ ਸੰਗਤ ਪਾਵੇ ਭਾਗਹੀਨ ਭ੍ਰਮ, ਬਿਨ ਭਾਗਾਂ ਸਤ ਸੰਗ ਨਾ ਲੱਭੈ ਬਿਨ ਸੰਗਤ। ਇਹ ਆਪਣੇ ਮਨ ਚੋਂ ਭੁਲੇਖਾ ਕੱਢ ਦਿਓ। ਤੁਸੀਂ ਚੱਲ ਕੇ ਆਏ ਹੋ, ਤੁਸੀਂ ਆਪ ਆ ਕੇ ਸੰਗਤ ਵਿੱਚ ਬੈਠੇ ਹੋ, ਤੁਹਾਨੂੰ ਕੋਈ ਫੜ ਕੇ ਲੈ ਕੇ ਆਇਆ। ਆਖੋ ਸਤਿਨਾਮ। ਜਿੰਨੇ ਵੀ ਤੁਸੀਂ ਬੈਠੇ ਹੋ ਇੱਥੇ ਸਾਰੇ, ਚਾਹੇ ਬੱਚਾ ਹੈ, ਚਾਹੇ ਕੋਈ ਬਜ਼ੁਰਗ ਹੈ, ਚਾਹੇ ਬੀਬੀ ਹੈ, ਭੈਣ ਹੈ, ਕੋਈ ਵੀ ਬੈਠਾ, ਇੱਥੇ ਉਹ ਬੈਠੇ ਆ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਚਾਹੁੰਦੇ ਮੇਰੇ ਚਰਨਾਂ ਦੇ ਵਿੱਚ ਆ ਕੇ ਬੈਠਣ। ਮਹਾਰਾਜ ਦੀ ਬਾਣੀ ਦਾ ਬਚਨ ਹੈ, ਆਪੇ ਸੰਗਤ ਸਦ ਬਹਾਲੇ, ਆਪੇ ਵਿਦਾ ਕਰਾਵੇ। ਆਪੇ ਸੱਦਦਾ ਹੈ, ਆਪੇ ਬਿਠਾਉਂਦਾ ਤੇ ਆਪੇ ਤੋਰਦਾ ਹੈ। ਲਓ ਗੱਜ ਕੇ ਸਾਰੀ ਸੰਗਤ ਧਾਰਨਾ ਪੜਿਓ। ਸਤ ਸੰਗ ਦੀ ਪ੍ਰਾਪਤੀ ਜੀ ਵੱਡੇ ਭਾਗਾਂ ਦੀ ਨਿਸ਼ਾਨੀ ਮਨਾ ਮੇਰਿਆ, ਮੇਲਾ ਹੋਵੇ ਸਤ ਸੰਗ ਦਾ। ਵੱਡੇ ਭਾਗਾਂ ਦੀ ਨਿਸ਼ਾਨੀ ਮਨਾ ਮੇਰਿਆ, ਮੇਲਾ ਹੋਵੇ ਸਤ ਸੰਗ ਦਾ। ਮੇਲਾ ਹੋਵੇ ਸਤ ਵੱਡੇ ਭਾਗਾਂ ਦੀ। ਚੰਗੇ ਭਾਗਾਂ ਦੀ ਨਿਸ਼ਾਨੀ ਮਨਾ ਮੇਰਿਆ, ਨਿਸ਼ਾਨੀ ਮਨ ਮੇਰਿਆ, ਮੇਲਾ ਹੋਇਆ ਸਤ ਸੰਗ ਦਾ। ਚੰਗੇ ਭਾਗਾਂ ਦੀ ਹਾਂ ਮੇਲਾ ਹੋਇਆ ਸਤ ਸੰਗ ਦਾ। ਹਾਂ ਮੇਲਾ ਹੋਇਆ ਜੀ ਸਤ ਸੰਗ ਦਾ, ਮੇਲਾ ਹੋਇਆ ਜੀ ਸਤ ਸੰਗ ਦਾ। ਬੋਲੋ ਵੱਡੇ ਭਾਗਾਂ ਦੀ ਨਿਸ਼ਾਨੀ ਮਨਾ ਮੇਰਿਆ, ਨਿਸ਼ਾਨੀ ਮਨਾ ਮੇਰਿਆ, ਮੇਲਾ ਹੋਇਆ ਸਤ ਸੰਗ ਦਾ। ਵੱਡੇ ਭਾਗਾਂ ਦੀ ਮਨਾ ਮੇਰਿਆ, ਮੇਲਾ ਹੋਇਆ ਸਤ ਸੰਗ ਦਾ।
ਭਾਗੀ ਹਰ ਸੰਗਤ ਪਾਵੇ, ਭਾਗਹੀਨ ਭ੍ਰਮ ਚੋਟਾਂ ਖਾਵੇ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀ ਜਾਈ। ਆਓ ਜਦੋਂ ਆਪਾਂ ਪਹਿਲੇ ਦੀਵਾਨ ਦੇ ਵਿੱਚ ਹਾਜ਼ਰੀ ਭਰੀ ਹੈ, ਆਪਾਂ ਸਾਰਿਆਂ ਨੇ ਵਿਚਾਰ ਕੀਤੀ ਸੀ ਵੀ ਰੱਬ ਦੇ ਮਾਰਗ ਤੇ ਚੱਲਣ ਵਾਸਤੇ ਸਭ ਤੋਂ ਪਹਿਲਾਂ ਜ਼ਰੂਰੀ ਹੈ ਜੀ ਮਨ ਵਿੱਚ ਪ੍ਰੇਮ ਹੋਵੇ। ਪ੍ਰੇਮ ਤੋਂ ਬਿਨਾਂ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ। ਪੰਕਤੀ ਤੁਹਾਡੇ ਸਾਰਿਆਂ ਦੇ ਯਾਦ ਹੋਏਗੀ, ਨਾਲ ਨਾਲ ਪੜਿਓ। ਸਾਚ ਕਹੋ ਸੁਣ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਹੜਾ ਇੱਥੇ ਕਿਹਾ ਨਾ ਤਿਨ ਹੀ, ਇਹ ਬੜੀ ਡੂੰਘੀ ਰਮਜ ਰੱਖਦਾ ਹੈ। ਮਾਰੇ ਕਹਿੰਦੇ ਮੈਂ ਸੱਚ ਕਹਿ ਰਿਹਾ, ਸਾਰੇ ਜਾਣੇ ਸੁਣ ਲਿਓ ਧਿਆਨ ਦੇ ਨਾਲ। ਹੁਣ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੋਣ ਤੇ ਨਾਲ ਇਹ ਗੱਲ ਕਹਿੰਦੇ ਹੁਣ ਮੈਂ ਸੱਚ ਕਹਿ ਰਿਹਾ। ਕਿੰਨੀ ਡੂੰਘੀ ਗੱਲ ਹੋਊ। ਕਦੇ ਗੁਰੂ ਵੀ ਝੂਠ ਕਹਿੰਦਾ ਹੁੰਦਾ ਜੀ, ਕਦੇ ਗੁਰੂ ਵੀ ਝੂਠ ਬੋਲਦਾ ਭਲਾ। ਅੱਛਾ ਜੇ ਮਹਾਰਾਜ ਇਸ ਗੱਲ ਨੂੰ ਤਾਕੀਦ ਕਰਕੇ ਕਹਿੰਦੇ ਨੇ ਸੰਗਤ ਜੀ ਸੁਣ ਲਓ ਮੈਂ ਸੱਚ ਕਹਿ ਰਿਹਾ। ਮਹਾਰਾਜ ਕੀ ਸੱਚ ਕਹਿ ਰਹੇ ਹੋ? ਕਹਿੰਦੇ ਰੱਬ ਨੂੰ ਉਸੇ ਨੇ ਪਾਇਆ ਜਿਹਨੇ ਉਹਦੇ ਨਾਲ ਪ੍ਰੇਮ ਪਾ ਲਿਆ। ਸਭ ਕੋ ਤੇਰੇ ਵਸ ਅਗਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਤੇ ਮੈਂ ਤੁਹਾਨੂੰ ਬੇਨਤੀ ਉਦੋਂ ਕਰ ਰਿਹਾ ਸੀ ਵੀ ਜੇ ਪ੍ਰੇਮ ਤੋਂ ਬਿਨਾਂ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੈ ਤਾਂ ਫਿਰ ਪ੍ਰੇਮ ਕਿਵੇਂ ਪੈਦਾ ਹੋਏਗਾ? ਪ੍ਰੇਮ ਦੀ ਪੈਦਾਇਸ਼ ਹੈ ਜੀ ਨੇਮ ਦੇ ਵਿੱਚੋਂ। ਜਿਹੜੇ ਬੰਦੇ ਦੇ ਪੱਲੇ ਨੇਮ ਨਹੀਂ ਹੈ ਉਹਦੇ ਮਨ ਵਿੱਚ ਕਦੇ ਪ੍ਰੇਮ ਨਹੀਂ ਹੋ ਸਕਦਾ। ਜਿਹਦੇ ਮਨ ਵਿੱਚ ਪ੍ਰੇਮ ਨਹੀਂ ਹੈ ਉਹਦੀ ਬੁੱਕਲ 'ਚ ਕਦੇ ਪ੍ਰਮਾਤਮਾ ਨਹੀਂ ਹੋ ਸਕਦਾ। 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਜਿਹਦੇ ਮਨ ਵਿੱਚ ਦਇਆ ਭਾਵਨਾ ਹੈ, ਜਿਹਦੇ ਮਨ ਵਿੱਚ ਰੱਬ ਦੀ ਖਲਕਤ ਪ੍ਰਤੀ ਪ੍ਰੇਮ ਹੈ, ਰੱਬ ਦੀ ਬਣਾਈ ਦੁਨੀਆ ਨਾਲ ਪ੍ਰੇਮ ਹੈ, ਰੱਬ ਦੇ ਬਣਾਏ ਜੀਵਾਂ ਨਾਲ ਪ੍ਰੇਮ ਹੈ। ਮਾਰੇ ਕਹਿੰਦੇ ਨੇ 68 ਤੀਰਥਾਂ ਦੇ ਇਸ਼ਨਾਨ ਦਾ ਫਲ ਕਿਸੇ ਇੱਕ ਜੀਵਨਾ ਪ੍ਰੇਮ ਕੀਤਿਆਂ ਪ੍ਰਾਪਤ ਹੁੰਦਾ ਹੈ। ਫਰੀਦਾ ਖਾਲਕ ਖਾਲਕ ਮਹਿ, ਖਾਲਕ ਵਸੈ ਰੱਬ ਮਾਹੇ। ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾਹੀ। ਜੇ ਅਸੀਂ ਇਹ ਗੱਲ ਆਖੀਏ, ਹੁਣ ਵੇਖੋ ਇੱਕ ਆ ਸਰੀਰ ਹੈ ਜੀ, ਇਹ ਇੱਥੇ ਪੈਦਾ ਹੋਇਆ ਤੇ ਇੱਥੇ ਹੀ ਖਤਮ ਹੋਏਗਾ। ਇਹਦੇ ਅੰਦਰ ਕੋਈ ਬੋਲ ਰਿਹਾ ਹੈ, ਉਹ ਕੌਣ ਹੈ? ਉਹ ਹੈ ਪ੍ਰਮਾਤਮਾ ਦੀ ਜੋਤ। ਇਹ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ, ਤਾਂ ਤੂੰ ਜਗ ਮਹਿ ਆਇਆ। ਇੱਕ ਹੈ ਜੀ ਸਰੀਰ, ਇੱਕ ਹੈ ਰੂਹ ਆਤਮਾ। ਨਾ ਤੇ ਸਰੀਰ ਬਿਨਾ ਆਤਮਾ ਕਿਸੇ ਕੰਮ ਦੀ ਹੈ, ਨਾ ਆਤਮਾ ਬਿਨਾ ਸਰੀਰ ਕਿਸੇ ਕੰਮ ਦਾ। ਦੋਵੇਂ ਇਕੱਠੇ ਹੋਣਗੇ ਤੇ ਤਾਂ ਜਿਹੜੀ ਜ਼ਿੰਦਗੀ ਚੱਲੇਗੀ, ਅੱਗੇ ਪੈਦਾ ਹੋਏਗੀ। ਜੇ ਇਕੱਲਾ ਹੀ ਰੱਬ ਹੋਵੇ, ਉਹਦੀ ਪੈਦਾਇਸ਼ ਕੀਤੀ ਦੁਨੀਆ ਨਾ ਹੋਵੇ, ਖਲਕਤ ਨਾ ਹੋਵੇ, ਤਾਂ ਰੱਬ ਕਿਸ ਅਰਥ ਹੈ ਫਿਰ? ਮਹਾਂਪੁਰਸ਼ਾਂ ਦੇ ਬਚਨ ਨੇ, ਕਹਿੰਦੇ ਰੱਬ ਨੇ ਜਦੋਂ ਰੱਬ ਕੱਲਾ, ਜਦੋਂ ਕੋਈ ਵੀ ਨਹੀਂ ਸੀ ਰੱਬ ਤੇ ਉਦੋਂ ਵੀ ਸੀ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ। ਰੱਬ ਤੋਂ ਪਹਿਲਾਂ ਕੀ ਸੀ ਜੀ? ਰੱਬ ਹੀ ਸੀ, ਹੋਰ ਕੌਣ ਸੀ? ਤੇ ਜਦੋਂ ਆਪਾਂ ਸਾਰੇ ਸੰਸਾਰ ਵਿੱਚ ਆ ਗਏ, ਸ੍ਰਿਸ਼ਟੀ ਪੈਦਾ ਹੋ ਗਈ, ਰੱਬ ਤੇ ਉਦੋਂ ਵੀ ਹੈ। ਜਦੋਂ ਆਪਾਂ ਨਾ ਹੋਏ, ਰੱਬ ਤੇ ਉਦੋਂ ਵੀ ਹੋਵੇਗਾ ਨਾ। ਫਿਰ ਸੰਸਾਰ ਪੈਦਾ ਕਰਨ ਦਾ ਕਾਰਨ ਕੀ ਸੀ? ਕਹਿੰਦੇ ਕੱਲਾ ਬੈਠਾ ਬੈਠਾ ਹੀ ਆਪਣੇ ਆਪ ਦੇ ਵਿੱਚ ਹੀ ਉਦਾਸ ਹੋ ਗਿਆ। ਕੱਲਾ ਹੀ ਬੈਠਾ ਆਪਣੇ ਆਪ ਦੇ ਵਿੱਚ ਉਦਾਸ ਹੋ ਗਿਆ, ਮਨ ਵਿੱਚ ਫੁਰਨਾ ਫੁਰਿਆ। ਤੇ ਆਪਾਂ ਜਪਜੀ ਸਾਹਿਬ ਦੀ ਬਾਣੀ 'ਚ ਪੜ੍ਹਦੇ ਹਾਂ, ਏਕੋ ਪਸਾਓ ਕੀਤਾ ਸੰਸਾਰ ਪੈਦਾ ਕਰਦਾ। ਫਰੀਦਾ ਖਾਲਕ ਖਾਲਕ ਮਹਿ, ਖਾਲਕ ਵਸੈ ਰੱਬ ਮਾਹੇ। ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾ। ਪਰਮਾਤਮਾ ਤੋਂ ਬਿਨਾ ਸੰਸਾਰ ਤੇ ਸੰਸਾਰ ਤੋਂ ਬਿਨਾ ਪਰਮਾਤਮਾ, ਦੋਵੇਂ ਅਧੂਰੇ ਹਨ। ਪਿਓ ਤੋਂ ਬਿਨਾ ਪੁੱਤਰ ਤੇ ਪੁੱਤਰ ਤੋਂ ਬਿਨਾ ਪਿਓ। ਅੱਛਾ, ਉਸ ਪਰਮਾਤਮਾ ਦੀ ਜਿਹੜੀ ਮਿਲਣ ਦੀ ਤਾਂਘ ਹੈ ਮਨ ਵਿੱਚੋਂ ਪ੍ਰੇਮ ਨਾਲ ਪੈਦਾ ਹੋਏਗੀ। ਤੇ ਆਪਾਂ ਵਿਚਾਰ ਉਦੋਂ ਇਹ ਕਰਦੇ ਸੀ ਵੀ ਭਗਤ ਧੰਨਾ ਜੀ ਮਹਾਰਾਜ ਜੀ ਨੇ, ਅਸੀਂ ਸਾਰੇ ਪੜ੍ਹਦੇ ਸੁਣਦੇ ਸੀ, ਸਟੇਜਾਂ ਤੇ ਬਹਿ ਕੇ ਸੁਣਾਉਂਦੇ ਵੀ ਆ ਵੀ ਪੱਥਰ ਦੇ ਵਿੱਚੋਂ ਰੱਬ ਨੂੰ ਪਾ ਲਿਆ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਸਾਖੀ ਸੱਚੀ ਹੈ, ਇਹਦੇ ਵਿੱਚ ਝੂਠ ਨਹੀਂ ਹੈ ਕੋਈ। ਪਰ ਥੋੜਾ ਜਿਹਾ ਭੁਲੇਖਾ ਇਹ ਹੈ, ਮੈਂ ਕਈ ਥਾਵਾਂ ਤੇ ਬੇਨਤੀ ਕੀਤੀ ਹੈ, ਭਗਤ ਧੰਨਾ ਜੀ ਮਹਾਰਾਜ ਜੀ ਨੇ ਪੱਥਰ ਦੇ ਵਿੱਚੋਂ ਰੱਬ ਨਹੀਂ ਸੀ ਪਾਇਆ। ਭਗਤ ਜੀ ਮਹਾਰਾਜ ਨੇ ਆਪਣੀ ਭਾਵਨਾ ਵਿੱਚੋਂ ਰੱਬ ਨੂੰ ਪਾਇਆ ਸੀ।
ਮੈਂ ਤੁਹਾਨੂੰ ਉਦੋਂ ਬੇਨਤੀ ਕਰਕੇ ਗਿਆ ਨਾ, ਜਿਸ ਬੰਦੇ ਦੀ ਸ਼ਰਧਾ ਹੈ, ਜਿਸ ਬੰਦੇ ਦੇ ਮਨ ਵਿੱਚ ਗਿਆਨ ਹੈ, ਜਿਸ ਬੰਦੇ ਦੇ ਮਨ ਵਿੱਚ ਪ੍ਰੇਮ ਹੈ, ਉਹ ਪੱਥਰ ਦੇ ਵਿੱਚੋਂ ਵੀ ਪ੍ਰਗਟ ਕਰ ਲਏਗਾ। ਤੇ ਜਿਹਦੇ ਮਨ ਵਿੱਚ ਸ਼ਰਧਾ ਨਹੀਂ ਹੈ, ਯਕੀਨ ਨਹੀਂ ਹੈ, ਭਾਵਨਾ ਨਹੀਂ ਹੈ, ਗੁਰੂ ਸਾਹਿਬ ਜੀ ਪ੍ਰਤੱਖ ਬੈਠੇ ਨੇ, ਇੱਥੋਂ ਵੀ ਖਾਲੀ ਕਰਨ ਹੋ ਜਾਏਗਾ, ਇੱਥੋਂ ਵੀ ਦਾਤ ਨਹੀਂ ਲੈ ਸਕਦਾ। ਸਾਹਮਣੇ ਪ੍ਰਤੱਖ ਰੱਬ ਖੜਾ ਹੋ ਜਾਵੇ ਤਾਂ ਵੀ ਨਹੀਂ ਕੁਝ ਲੈ ਸਕਦਾ। ਗੱਲ ਸਾਰੀ ਭਾਵਨਾ ਤੇ ਟਿਕੀ ਹੋਈ ਹੈ। ਭਗਤਾਂ ਨੇ ਜੇ ਪ੍ਰਮਾਤਮਾ ਨੂੰ ਆਪਣੇ ਵਸ ਵਿੱਚ ਕੀਤਾ, ਦਾਨ ਪੁੰਨ ਕਰਕੇ ਨਹੀਂ ਕੀਤਾ, ਲੰਗਰ ਲਾ ਕੇ ਨਹੀਂ ਕੀਤਾ। ਲੰਗਰ ਲਾ ਦੇਣੇ, ਦਾਨ ਪੁੰਨ ਕਰ ਦੇਣੇ, ਅਖੰਡ ਪਾਠ ਕਰਾ ਦੇਣੇ, ਸਮਾਗਮ ਕਰਵਾ ਦੇਣੇ, ਮਾੜੀ ਗੱਲ ਨਹੀਂ ਹੈ, ਕਰਨੇ ਚਾਹੀਦੇ ਹਨ। ਪਰ ਪ੍ਰਮਾਤਮਾ ਨੂੰ ਵਸ ਤੇ ਆਪਣੀ ਪ੍ਰੇਮ ਦੀ ਡੋਰੀ ਵਿੱਚ ਕੀਤਾ ਜਾ ਸਕਦਾ ਹੈ। ਪ੍ਰੇਮ ਤੋਂ ਬਿਨਾਂ ਪ੍ਰਮਾਤਮਾ ਕਦੇ ਵਸ ਨਹੀਂ ਆਉਂਦਾ ਹੈ। ਭਗਤ ਧੰਨਾ ਜੀ ਮਹਾਰਾਜ ਜੀ ਨੇ ਲਓ ਪੜਿਓ, ਕਿਵੇਂ ਪ੍ਰਮਾਤਮਾ ਦੀ ਪ੍ਰਾਪਤੀ ਕੀਤੀ, ਕਿਵੇਂ ਵਸ ਕੀਤਾ, ਕੀ ਤਰੀਕਾ ਹੈ ਪ੍ਰਮਾਤਮਾ ਨੂੰ ਵਸ ਵਿੱਚ ਕਰਨ ਦਾ। ਜੀ ਪ੍ਰੇਮ ਤੋਂ ਬਿਨਾ ਰੱਬ ਵਸ ਨਹੀਂ ਆਵਦਾ, ਪ੍ਰੇਮ ਤੋਂ ਬਿਨਾ ਰੱਬ ਵਸ ਨਹੀਂ ਆਵਦਾ। ਪ੍ਰੇਮ ਤੋਂ ਬਿਨਾ ਨੀ ਰੱਬ ਵਸ, ਪ੍ਰੇਮ ਤੋਂ ਬਿਨਾ ਨੀ ਰੱਬ ਵਸ ਨਹੀਂ ਆ, ਪ੍ਰੇਮ ਤੋਂ ਬਿਨਾ ਰੱਬ ਵਸ ਨਹੀਂ ਆਵਦਾ। ਉਹ ਤਾਂ ਭੁੱਖਾ ਪ੍ਰੇਮ ਦਾ, ਤੂੰ ਮਨਾ ਪ੍ਰੇਮ ਕਿਉਂ ਨਹੀਂ ਪਾਵਦਾ। ਭੁੱਖਾ ਪ੍ਰੇਮ ਦਾ, ਤੂੰ ਮਨਾ ਪ੍ਰੇਮ ਕਿਉਂ ਨਹੀਂ ਪਾਵਦਾ। ਧੰਨੇ ਦੇ ਵਾਂਗ ਵਾਜਾ ਮਾਰ ਮਨਾ ਪਿਆਰਿਆ, ਧੰਨੇ ਦੇ ਵਾਂਗ ਵਾਜਾ ਮਾਰ ਮਨਾ ਪਿਆਰਿਆ। ਧੰਨੇ ਦੇ ਵਾਂਗ ਵਾਜਾ ਕਾਜ ਤੇਰੇ ਵੀ ਸਵਾਰੂ, ਜਿਵੇਂ ਧੰਨੇ ਦੇ ਸਵਾਰਿਆ। ਤੇਰੇ ਵੀ ਸਵਾਰੂ, ਜਿਵੇਂ ਧੰਨੇ ਦੇ ਸਵਾਰਿਆ। ਤੇਰੇ ਵੀ ਸਵਾਰੂ, ਜਿਵੇਂ ਐਵੇਂ ਤਾਨੀ ਤੰਨਾ ਜਸ ਬਾਣੀ ਵਿੱਚ ਗਾਵਦਾ। ਪ੍ਰੇਮ ਤੋਂ ਬਿਨਾ ਨੀ ਰੱਬ ਵਸ ਨਹੀਂ ਆਵਦਾ। ਪ੍ਰੇਮ ਤੋਂ
बस अगम अगोचरा, तू भगतां कै बस भगतां ताण तेरा। अच्छा, अपने प्यारे नाल प्रेम किवें करदा है ਉਹ? ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਆਗਰੇ ਗਏ ਹੋਏ ਸਨ। ਥੋੜੀ ਜਿਹੀ ਧਿਆਨ ਦੇ ਕੇ ਬੇਨਤੀ ਸੁਣਿਓ। ਕਈ ਵਾਰੀ ਸਾਡੇ ਮਨ 'ਚ ਇਸ ਗੱਲ ਦਾ ਭੁਲੇਖਾ ਹੁੰਦਾ ਹੈ, ਜਦੋਂ ਅਸੀਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੱਲ ਕਰਦੇ ਆ ਜਾਂ ਸੁਣਾਉਂਦੇ ਆ ਸਟੇਜ ਤੇ ਬੈਠ ਕੇ, ਤੇ ਬਹੁਤੀਆਂ ਸੰਗਤਾਂ ਦੇ ਮਨ ਵਿੱਚ ਇਹ ਗੱਲ ਆ ਜਾਂਦੀ ਹੈ ਵੀ ਸ਼ਾਇਦ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੱਲ ਚੱਲਦੀ ਹੈ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਾਮ ਆਏਗਾ ਤੇ ਨਾਮ ਆਏਗਾ ਧੰਨ ਗੁਰੂ ਗੋਬਿੰਦ ਸਿੰਘ ਜੀ। ਜਿੱਥੇ ਨਾਮ ਆ ਜਾਵੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਉਹ ਸਮਝ ਲਓ 10ਵੇਂ ਪਾਤਸ਼ਾਹ ਨਹੀਂ, ਉਹ 6ਵੇਂ ਪਾਤਸ਼ਾਹ ਜੀ ਦੀ ਗੱਲ ਹੋ ਰਹੀ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਗਰੇ ਗਏ ਹੋਏ ਸਨ, ਤੇ ਆਗਰੇ ਵਿੱਚ ਨਾ ਇੱਕ ਮਹਾਰਾਜ ਦਾ ਸਿੱਖ ਰਹਿੰਦਾ ਸੀ। ਮਾਇਆ ਪੱਖੋਂ ਬੜੀ ਹਾਲਤ ਖਰਾਬ ਸੀ, ਬਹੁਤਾ ਕੋਈ ਅਮੀਰ ਨਹੀਂ ਸੀ, ਪਹਿਨਣ ਵਾਸਤੇ ਸੋਹਣੇ ਕੱਪੜੇ ਨਹੀਂ ਸਨ, ਰਹਿਣ ਵਾਸਤੇ ਸੋਹਣਾ ਮਕਾਨ ਹੈ ਨਹੀਂ ਸੀ ਕੋਲ। ਕੰਮ ਕੀ ਕਰਦਾ ਸੀ? ਕੰਮ ਉਹਦਾ ਇਹ ਸੀ ਸਾਧ ਸੰਗਤ ਜੀ, ਸਵੇਰੇ ਉੱਠਣਾ, ਦਾਤੀ ਤੇ ਰੰਬਾ ਚੁੱਕਣਾ ਤੇ ਘਾਹ ਖੋਤਣਾ। ਹੁਣ ਘਾਹ ਖੋਤਰਨਾ ਜਾਂ ਘਾਹ ਖੋਤਣਾ ਇਹ ਪੰਜਾਬੀ ਦੇ ਪੁਰਾਣੇ ਸ਼ਬਦ ਹਨ। ਜਿਹੜੀ ਨਵੀਂ ਜਨਰੇਸ਼ਨ ਇਹਨਾਂ ਨੂੰ ਨਹੀਂ ਪਤਾ ਘਾਹ ਕਿਵੇਂ ਖੋਤੀਦਾ। ਹੁਣ ਤਾਂ ਪੱਠੇ ਅੱਗੇ ਪੱਠੇ ਵੱਢਦੇ ਸੀ ਨਾ ਦਾਤੀ ਨਾਲ ਬੈਠ ਕੇ, ਹੁਣ ਤੇ ਕੰਮ ਸਿੱਧਾ ਖੜੇ ਦਾਤਰ ਚੱਕ ਕੇ ਦਾਤਰ ਨਹੀਂ ਵੱਢਦੇ ਆ। ਤੇ ਘਾਹ ਖੋਤਣਾ ਪਤਾ ਹੈ ਕਿਹਨੂੰ ਹੋਊਗਾ, ਘਾਹ ਕਿਹਨੂੰ ਕਿੱਦਾਂ ਕਹਿੰਦਾ, ਕਿੱਦਾਂ ਖੋਤੀਦਾ। ਇਹਨੇ ਘਾਹ ਖੋਤਰਨਾ ਜੀ ਤੇ ਪੰਡ ਬੰਨਣੀ ਘਾਹ ਦੀ। ਇਹ ਸਿੱਖ ਨੇ ਸ਼ਾਮ ਤੱਕ ਉਹ ਪੰਡ ਘਾਹ ਦੀ ਇਕੱਠੀ ਕਰਨੀ, ਬਾਜ਼ਾਰ ਵਿੱਚ ਜਾ ਕੇ ਵੇਚ ਆਉਣੀ। ਉਸ ਘਾਹ ਦੀ ਪੰਡ ਦਾ ਇਹਨੂੰ 1 ਟਕਾ ਮਿਲਦਾ ਸੀ, 1 ਟਕਾ। ਇਹਨੇ ਉਹੀ ਟਕਾ ਲੈ ਕੇ ਹਲਵਾਈ ਦੀ ਦੁਕਾਨ ਤੇ ਜਾਣਾ, ਉਹਨੂੰ ਉਹ ਟਕਾ ਦੇ ਦੇਣਾ। ਉਹਦੇ ਕੋਲੋਂ ਥੋੜੀ ਜਿਹੀ ਸਬਜ਼ੀ, 2 ਪ੍ਰਸ਼ਾਦੇ ਤੇ ਨਾਲ ਪੀਣ ਵਾਸਤੇ ਪਾਣੀ ਦਾ ਗਲਾਸ ਮਿਲ ਜਾਣਾ। 8 ਪਹਿਰੀ ਪ੍ਰਸ਼ਾਦਾ ਛਕਦਾ ਸੀ ਇਹ। 1 ਘਾਹ ਦੀ ਪੰਡ ਖੋਦ ਕੇ 1 ਟਕਾ ਮਿਲਦਾ ਸੀ, 1 ਟਕੇ ਦੀ 1 ਥਾਲੀ ਪ੍ਰਸ਼ਾਦੇ ਦੀ ਮਿਲ ਜਾਂਦੀ ਸੀ। ਅੱਛਾ, ਇਹਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਾਮ ਬਹੁਤ ਸੁਣਿਆ ਸੀ, ਪਰ ਕਦੇ ਜਾ ਨਹੀਂ ਸਕਿਆ ਦਰਸ਼ਨ ਕਰਨ ਵਾਸਤੇ। ਆਪਣੇ ਮਨ ਵਿੱਚ ਸਦਾ ਤਾਂਘ ਬਣਾ ਕੇ ਰੱਖਦਾ ਸੀ, ਮਹਾਰਾਜ ਕਦੇ ਕਿਰਪਾ ਕਰੋਗੇ, ਮੈਨੂੰ ਵੀ ਦਰਸ਼ਨ ਬਖਸ਼ਿਸ਼ ਕਰੋਗੇ। ਤੂੰ ਚੋ ਸੱਜਣ ਮੈਂਡਿਆ ਡੇਈ ਸੇ ਉਤਾਰ, ਨੈਣ ਮਹਿੰਜੇ ਤਰਸਦੇ ਕਦ ਪਸੀ ਦੀਦਾਰ। ਸਿੱਖ ਦੇ ਸਦਾ ਮਨ ਵਿੱਚ ਇਹ ਤਾਂਘ ਲੱਗੀ ਰਹਿੰਦੀ, ਸੱਚੇ ਪਾਤਸ਼ਾਹ ਕਦੇ ਤੁਹਾਡੇ ਦਰਸ਼ਨ ਹੋਣਗੇ। ਯਾਦ ਰੱਖਿਓ, ਜਦੋਂ ਗੁਰੂ ਨਾਨਕ ਸਾਹਿਬ ਜੀ ਪਟਨਾ ਸਾਹਿਬ ਦੀ ਧਰਤੀ ਤੇ ਗਏ ਨੇ, ਹੁਣ ਟਿਕਾ ਬਣਿਆ, ਹੁਣ ਇਦਾਂ ਹੀ ਬੈਠੇ ਰਹੋ। ਜਦੋਂ ਗੁਰੂ ਨਾਨਕ ਸਾਹਿਬ ਜੀ ਪਟਨਾ ਸਾਹਿਬ ਦੀ ਧਰਤੀ ਤੇ ਗਏ ਨੇ, ਜਿੱਥੇ ਆਪਾਂ ਅੱਜ ਜਾ ਕੇ ਮੱਥਾ ਟੇਕਦੇ ਆ ਨਾ ਜੀ, ਪਟਨਾ ਸਾਹਿਬ ਦਰਬਾਰ ਸਾਹਿਬ, ਇਹ ਕਿਸੇ ਸਮੇਂ ਪਟਨੇ ਸ਼ਹਿਰ ਦੇ ਸਭ ਤੋਂ ਅਮੀਰ ਬੰਦੇ ਦੀ ਹਵੇਲੀ ਸੀ, ਸੁਨਿਆਰੇ ਦੀ ਹਵੇਲੀ ਸੀ। ਉਹ ਸੁਨਿਆਰੇ ਦਾ ਨਾਮ ਸੀ ਸਾਲਸਰਾਏ। ਸਾਖੀ ਲੰਮੀ, ਮੈਂ ਉਸ ਪਾਸੇ ਵੱਲ ਨਹੀਂ ਜਾਵਾਂਗਾ। ਗੁਰੂ ਨਾਨਕ ਸਾਹਿਬ ਉੱਥੇ ਕਿਉਂ ਗਏ, ਮਹਾਰਾਜ ਦੇ ਜਾਣ ਦਾ ਕਾਰਨ ਕੀ ਸੀ, ਬਹੁਤ ਲੰਬੀ ਵਿਚਾਰ ਹੈ ਇਹ, ਬਹੁਤ ਡੂੰਘਾਈ ਦੀ ਵਿਚਾਰ ਹੈ। ਗੁਰੂ ਨਾਨਕ ਸਾਹਿਬ ਜੀ ਉੱਥੇ ਗਏ, ਕਾਫੀ ਲੰਮਾ ਸਮਾਂ ਰਹੇ, ਤੇ ਜਦੋਂ ਲੱਗੇ ਨਾ ਮਹਾਰਾਜ ਤੁਰਨ, ਤੇ ਸਾਲਸਰਾਏ ਜੌਹਰੀ ਪੈਰੀ ਪੈ ਗਿਆ। ਮਹਾਰਾਜ ਨੂੰ ਪੁੱਛਦਾ, ਸੱਚੇ ਪਾਤਸ਼ਾਹ ਤੁਸੀਂ ਕਿੱਥੇ ਚੱਲੇ? ਮਹਾਰਾਜ ਕਹਿੰਦੇ, ਜੌਹਰੀਆ ਵੀ ਸਾਨੂੰ ਕਰਤਾਰ ਦਾ ਹੁਕਮ ਹੈ, ਅਸੀਂ ਬਾਕੀ ਸੰਗਤਾਂ ਕੋਲ ਵੀ ਜਾਣਾ ਹੈ, ਬਹੁਤ ਲੰਮਾ ਸਮਾਂ ਤੇਰੇ ਕੋਲ ਰਹਿ ਲਿਆ, ਹੁਣ ਸਾਨੂੰ ਜਾ ਲੈਣ ਦੇ। ਇਹਦੀ ਅੱਖਾਂ 'ਚੋਂ ਪਾਣੀ ਵਹਿ ਤੁਰਿਆ, ਹੱਥ ਜੋੜ ਲਏ, ਮਹਾਰਾਜ ਦੇ ਚਰਨਾਂ ਤੇ ਰੱਖਿਆ ਸੀਸ, ਕਹਿੰਦਾ ਸੱਚੇ ਪਾਤਸ਼ਾਹ ਮੈਂ ਤੁਹਾਨੂੰ ਜਾਣ ਨਹੀਂ ਦੇਣਾ। ਮਹਾਰਾਜ ਕਹਿੰਦੇ, ਕਿਉਂ ਨਹੀਂ ਜਾਣ ਦੇਣਾ, ਕੀ ਗੱਲ ਹੋ ਗਈ? ਇਹਨੇ ਇੰਨਾ ਨਿਮਰਤਾ ਨਾਲ ਬੇਨਤੀ ਕੀਤੀ, ਹੱਥ ਜੋੜ ਕੇ ਕਹਿਣ ਲੱਗਾ, ਸੱਚੇ ਪਾਤਸ਼ਾਹ ਜੇ ਤੁਸੀਂ ਚਲੇ ਗਏ, ਮੇਰਾ ਤੁਹਾਡੇ ਤੋਂ ਬਿਨਾਂ ਜੀ ਨਹੀਂ ਲੱਗਣਾ। ਆਖੋ ਸਤਿਨਾਮ। ਮੇਰਾ ਤੁਹਾਡੇ ਤੋਂ ਬਿਨਾਂ, ਇਧਰ ਧਿਆਨ ਦਿਓ ਭਾਈ, ਮੇਰਾ ਤੁਹਾਡੇ ਤੋਂ ਬਿਨਾਂ ਜੀ ਨਹੀਂ ਲੱਗਣਾ। ਕਦੇ ਆਪਾਂ ਕਿਹਾ? ਜਿੰਨੇ ਤੁਸੀਂ ਬੈਠੇ, ਜਿੰਨੇ ਭਾਈ ਬੈਠੇ ਹੋ, ਕਦੇ ਕਿਹਾ ਗੁਰੂ ਸਾਹਿਬ ਨੂੰ ਆ ਕੇ, ਸੱਚੇ ਪਾਤਸ਼ਾਹ ਕਿਰਪਾ ਕਰਿਓ, ਮੈਨੂੰ ਕੱਲ ਨੂੰ ਵੀ ਆਪਣੇ ਚਰਨਾਂ 'ਚ ਬੁਲਾਇਓ ਦਰਸ਼ਨ ਬਖਸ਼ਣ ਵਾਸਤੇ। ਜੇ ਤੁਸੀਂ ਕੱਲ ਨੂੰ ਨਾ ਬੁਲਾਇਆ ਤਾਂ ਮੇਰਾ ਕਿਹਾ? ਕਦੇ ਇਮਾਨਦਾਰੀ ਨਾਲ ਦੱਸਿਓ, ਕਿਸੇ ਨੇ ਕਿਹਾ ਹੋਵੇ ਮਹਾਰਾਜ ਮੇਰਾ ਤੁਹਾਡੇ ਤੋਂ ਬਿਨਾਂ ਜੀ ਨਹੀਂ ਲੱਗਣਾ? ਹੋਵੇ ਸਿੱਖ ਤੇ ਗੁਰੂ ਦੇ ਦਰਸ਼ਨਾਂ ਬਿਨਾਂ ਬਚ ਜਾਵੇ, ਹੋਵੇ ਮੱਛੀ
ਤੇ ਪਾਣੀ ਬਿਨਾਂ ਜਿਉਂਦੀ ਰਹਿ ਜਾਵੇ। ਮਹਾਰਾਜ ਕਹਿੰਦੇ ਬਿਨ ਜਲ ਪ੍ਰਾਨ ਤਜੇ ਹੈ ਮੀਨਾ, ਜਿਨ ਜਲ ਸਿਓ ਹੇਤ ਵਢਾਇਓ। ਮੱਛੀ ਹੈ ਹੀ ਉਹ ਜਿਹੜੀ ਪਾਣੀ ਦੇ ਵਿੱਚ ਰਹਿ ਕੇ ਜਿਉਂਦੀ, ਜਿਹੜੀ ਪਾਣੀ ਤੋਂ ਬਾਹਰ ਜਿਉਂਦੀ ਰਹਿ ਰਹੀ, ਉਹ ਮੱਛੀ ਕਾਹਦੀ ਹੈ? ਆਖੋ ਸਤਿਨਾਮ। ਸਿੱਖ ਉਹ ਹੈ ਜਿਹੜਾ ਗੁਰੂ ਦੇ ਦਰਸ਼ਨਾਂ ਦੀ ਤਾਂਘ ਵਿੱਚ ਸਦਾ ਜਿਉਂਦਾ ਹੈ, ਬਾਣੀ ਨਾਲ ਆਪਣਾ ਮੂੰਹ ਜੋੜ ਕੇ ਰੱਖਦਾ ਹੈ, ਬਾਣੀ ਪੜ੍ਹਦਾ ਰਹਿੰਦਾ ਹੈ। ਜਿਹੜਾ ਸਿੱਖ ਬਾਣੀ ਨਾਲ ਜੁੜਿਆ ਰਹੇਗਾ ਉਹ ਤੇ ਜਿਉਂਦਾ ਰਹੇਗਾ। ਜਿਹੜਾ ਸਿੱਖ ਬਾਣੀ ਤੋਂ ਬਿਨਾਂ, ਨਿਤਨੇਮ ਤੋਂ ਬਿਨਾਂ ਫਿਰਦਾ, ਉਹ ਸਿੱਖ ਨਹੀਂ ਕਦੇ ਹੋ ਸਕਦਾ ਹੈ। ਆਖਾਂ ਜੀਵਾ ਵਿਸਰੈ ਮਰ ਜਾਓ, ਆਖਣ ਔਖਾ। ਸੱਚੇ ਪਾਤਸ਼ਾਹ ਮੇਰਾ ਤੁਹਾਡੇ ਤੋਂ ਬਿਨਾਂ ਜੀ ਨਹੀਂ ਲੱਗਣਾ। ਸਾਲਸਰਾਏ ਜੌਹਰੀ ਕਹਿੰਦਾ, ਤੇ ਮਹਾਰਾਜ ਕਹਿੰਦੇ ਜੌਹਰੀਆ ਜੀ ਕਿਉਂ ਨਹੀਂ ਲੱਗਣਾ, ਕੀ ਗੱਲ ਹੋ ਗਈ? ਕਹਿੰਦਾ ਮਹਾਰਾਜ ਤੁਸੀਂ ਆਏ ਮੇਰੇ ਘਰ, ਬੜੀਆਂ ਰੌਣਕਾਂ ਲੱਗੀਆਂ। 2 ਸਮੇਂ ਕੀਰਤਨ ਹੁੰਦਾ ਸੀ, ਸੰਗਤ ਮੇਰੇ ਘਰ ਆਉਂਦੀ ਸੀ, ਪ੍ਰਸ਼ਾਦਾ ਛਕਦੀ ਸੀ, ਸਤਸੰਗ ਹੁੰਦਾ ਸੀ। ਮਹਾਰਾਜ ਤੁਸੀਂ ਚਲੇ ਜਾਓਗੇ ਰੌਣਕਾਂ ਖਤਮ ਹੋ ਜਾਣਗੀਆਂ। ਗੁਰੂ ਨਾਨਕ ਸਾਹਿਬ ਕਹਿੰਦੇ ਜੌਹਰੀਆ ਬਸ ਇੰਨੀ ਗੱਲ ਪਿੱਛੇ ਕਹਿ ਰਿਹਾ ਵੀ ਜੇ ਮੈਂ ਤੇਰੇ ਘਰੋਂ ਚਲਿਆ ਗਿਆ ਤੇਰੇ ਘਰ ਚੋਂ ਰੌਣਕਾਂ ਮੁੱਕ ਜਾਣਗੀਆਂ। ਹਾਂ ਮਹਾਰਾਜ ਤੁਸੀਂ ਜੇ ਮੇਰੇ ਘਰੋਂ ਚਲੇ ਗਏ ਨਾ, ਮੇਰੇ ਘਰ ਚੋਂ ਰੌਣਕਾਂ ਖਤਮ ਹੋ ਜਾਣਗੀਆਂ। ਮਹਾਰਾਜ ਰੌਣਕਾਂ ਸਦਾ ਲੱਗੀਆਂ ਰਹਿਣ। ਤੇ ਸੁਣਿਆ ਗੁਰੂ ਨਾਨਕ ਸਾਹਿਬ ਜੀ ਨੇ ਉਹਦੇ ਪਿਆਰ ਦੇ ਵਿੱਚ, ਪ੍ਰੇਮ ਦੇ ਵਿੱਚ ਕਿੰਨਾ ਸੋਹਣਾ ਬਚਨ ਕੀਤਾ। ਮਹਾਰਾਜ ਕਹਿੰਦੇ ਜੌਹਰੀਆ ਕੋਈ ਅੱਜ ਜਾ ਲੈਣ ਦੇ, ਜੇ ਤੂੰ ਚਾਹੁੰਦਾ ਸਦਾ ਤੇਰੇ ਘਰ ਰੌਣਕਾਂ ਲੱਗੀਆਂ ਰਹਿਣਗੀਆਂ। ਅੱਜ ਜਾਣ ਦੇ, ਜਦੋਂ 10ਵੇਂ ਜਾਮੇ ਆਵਾਂਗੇ ਜਨਮੀ ਤੇਰੇ ਘਰ ਆ ਕੇ ਲਵਾਂਗੇ। ਆਖੋ ਸਤਿਨਾਮ। ਤੂੰ ਇੱਕ ਦਿਨ ਦੀਆਂ ਰੌਣਕਾਂ ਦੀ ਗੱਲ ਕਰਦਾ, ਤੇਰੇ ਘਰ ਸਦਾ ਵਾਸਤੇ ਰੌਣਕਾਂ ਲੱਗ ਜਾਣਗੀਆਂ। ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ। ਮੈਂ ਬੇਨਤੀ ਤੁਹਾਨੂੰ ਇਹ ਕਰ ਰਿਹਾ ਸੀ, ਕਦੇ ਸਿੱਖ ਨੇ ਗਿਆ ਸੱਚੇ ਪਾਤਸ਼ਾਹ ਮੇਰਾ ਤੁਹਾਡੇ ਬਿਨਾਂ ਜੀ ਨਹੀਂ ਲੱਗਣਾ, ਜਦੋਂ ਇਹ ਗੱਲ ਕਹਿ ਦਿਓਗੇ ਨਾ ਗੁਰੂ ਦੀ ਖੁਸ਼ੀ ਉਦੋਂ ਹੀ ਮਿਲ ਜਾਏਗੀ। ਸਾਡਾ ਸਾਡੇ ਧੀਆਂ ਪੁੱਤਾਂ ਬਿਨਾਂ ਜੀ ਨਹੀਂ ਲੱਗਦਾ, ਸਕੇ ਸੰਬੰਧੀਆਂ ਬਿਨਾਂ ਜੀ ਨਹੀਂ ਲੱਗਦਾ, ਮਾਇਆ ਬਿਨਾਂ ਜੀ ਨਹੀਂ ਲੱਗਦਾ, ਗੁਰੂ ਬਿਨਾਂ ਜੀ ਲੱਗ ਜਾਂਦਾ ਹੈ। ਬਸ ਇੱਥੇ ਕਮੀ ਹੈ। ਹੋਵੇ ਸਿੱਖ ਤੇ ਬਾਣੀ ਤੋਂ ਬਿਨਾਂ ਜਿਉਂਦਾ। ਲੋ ਅਤੀ ਅਤੀ ਪੜਿਓ ਸਾਰੇ ਪਿਆਰ ਦੇ ਨਾਲ। ਜਿਵੇਂ ਮੱਛੀ ਨਾ ਪਾਣੀ ਤੋਂ ਬਿਨਾਂ ਜੀਵੇ, ਸਿੱਖ ਨਹੀਂ ਬਚਦਾ ਗੁਰਾਂ ਤੋਂ ਬਿਨਾਂ ਜੀ। ਜਿਵੇਂ ਮੱਛੀ ਨਾ ਪਾਣੀ ਤੋਂ ਬਿਨਾਂ ਜੀਵੇ, ਸਿੱਖ ਨਹੀਂ ਬਚਦਾ ਗੁਰਾਂ। ਜਿਵੇਂ ਮੱਛੀ ਨਾ ਪਾਣੀ ਤੋਂ ਬਿਨਾਂ ਜੀਵੇ, ਸਿੱਖ ਨਹੀਂ ਬਚਦਾ ਗੁਰਾਂ। ਪੜੋ ਜਿਵੇਂ ਮੱਛੀ ਨਾ ਪਾਣੀ ਤੋਂ ਬਿਨਾਂ ਜੀਵੇ, ਸਿੱਖ ਨਹੀਂ ਬਚਦਾ। ਮੱਛੀ ਨਾ ਪਾਣੀ ਤੋਂ ਬਿਨਾਂ ਜੀਵੇ, ਸਿੱਖ ਨਹੀਂ ਬਚਦਾ ਗੁਰਾਂ। ਜਿਉਂ ਮਛਲੀ ਬਿਨ ਪਾਣੀ ਹੈ, ਕਿਉਂ ਜੀਵਨ ਪਾਵੇ। ਇਹ ਸਿੱਖ ਨਾ ਸਦਾ ਅਰਦਾਸ ਕਰਦਾ ਰਿਹਾ ਕਰੇ ਸੱਚੇ ਪਾਤਸ਼ਾਹ ਕਦੇ ਮੈਨੂੰ ਵੀ ਦਰਸ਼ਨ ਹੋਣਗੇ ਤੁਹਾਡੇ, ਮੈਂ ਚੱਲ ਕੇ ਤੁਹਾਡੇ ਕੋਲ ਨਹੀਂ ਆ ਸਕਦਾ, ਮੇਰੇ ਪ੍ਰੇਮ ਦੇ ਵਿੱਚ ਵੱਜ ਕੇ ਕਦੇ ਤੁਸੀਂ ਦਰਸ਼ਨ ਬਖਸ਼ ਦਿਓ ਮੈਨੂੰ। ਅੱਛਾ ਇਹਦੀ ਅਰਦਾਸ ਪ੍ਰਵਾਨ ਹੋਈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇਹਦੇ ਪ੍ਰੇਮ ਦੇ ਵਿੱਚ ਬੱਝੇ ਹੋਏ, ਬਿਧ ਬਣੀ ਤੇ ਜਹਾਂਗੀਰ ਬਾਦਸ਼ਾਹ ਨਾਲ ਸ਼ਿਕਾਰ ਖੇਡਦੇ ਖੇਡਦੇ ਆਗਰੇ ਪਹੁੰਚ ਗਏ। ਸਿੱਖ ਦੇ ਮਨ ਵਿੱਚ ਕਿਹੋ ਜਿਹਾ ਪ੍ਰੇਮ ਹੋਵੇ ਤੇ ਗੁਰੂ ਅੱਗਿਓਂ ਫਿਰ ਕਿਹੋ ਜਿਹਾ ਪ੍ਰੇਮ ਬਖਸ਼ਿਸ਼ ਕਰਦਾ, ਮੈਂ ਤੁਹਾਨੂੰ ਬੇਨਤੀ ਇਹ ਕਰਨ ਲੱਗਾ। ਗੱਲ ਸਾਰੀ ਪ੍ਰੇਮ ਦੀ ਹੈ। ਭਗਵਾਨ ਕ੍ਰਿਸ਼ਨ ਦੇ ਨਾਲ ਸੁਦਾਮੇ ਦਾ ਕਿਹੋ ਜਿਹਾ ਪ੍ਰੇਮ ਸੀ। ਇਕੱਠੇ ਪੜ੍ਹੇ ਸੀ ਨਾ, ਦੋਵੇਂ ਮਿੱਤਰ ਸੀ। ਸੰਤਰੀ ਮਾਰੇ ਸਿਉੜਾ ਸਾਹਿਬ ਵਾਲੇ ਬੜੇ ਪ੍ਰੇਮ ਦੇ ਵਿੱਚ ਇਹ ਪ੍ਰਸੰਗ ਸੁਣਾਉਂਦੇ ਹੁੰਦੇ ਸੀ ਕ੍ਰਿਸ਼ਨ ਤੇ ਸੁਦਾਮੇ ਦਾ। ਮਹਾਰਾਜ ਨੇ ਕਹਿਣਾ ਉਹ ਗੱਲ ਸੁਣੋ, ਜੇ ਗੁਰੂ ਨਾਲ ਸਿੱਖ ਦਾ ਰਿਸ਼ਤਾ ਨਹੀਂ ਨਿਭਾ ਸਕਦੇ ਨਾ, ਤੇ ਗੁਰੂ ਨਾਲ ਮਿੱਤਰਾਂ ਵਾਲਾ ਰਿਸ਼ਤਾ ਪਾ ਲਓ, ਰੱਬ ਨਾਲ ਮਿੱਤਰਾਂ ਵਾਲਾ ਰਿਸ਼ਤਾ ਪਾ ਲਓ।
ਗੁਰੂ ਨੂੰ, ਆਪਣੇ ਰੱਬ ਨੂੰ, ਆਪਣੇ ਭਗਵਾਨ ਨੂੰ ਆਪਣਾ ਦੋਸਤ ਬਣਾ ਲਓ, ਆਪਣਾ ਮਿੱਤਰ ਬਣਾ ਲਓ, ਆਪਣਾ ਭਰਾ ਬਣਾ ਲਓ, ਆਪਣੀ ਮਾਂ ਕੁਛ ਤਾਂ ਬਣਾਓ, ਕੁਛ ਤਾਂ ਬਣਾਓ। ਕਿੱਥੇ ਮਨ ਟਿਕਦਾ ਹੈ? ਕਈਆਂ ਦੇ ਮਨ ਵਿੱਚ ਇਹ ਹੁੰਦਾ, ਮਿਲਦੇ ਆ ਜੀ ਮੇਰੇ ਜ਼ਿੰਦਗੀ 'ਚ ਬੜੀ ਵੱਡੀ ਕਮੀ, ਮੇਰੇ ਕੋਲ ਭਰਾ ਹੈ ਨਹੀਂ। ਜੇ ਤੇਰੇ ਕੋਲ ਭਰਾ ਹੈ ਨਹੀਂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤਾਂ ਹੈਗੇ, ਇਹਨਾਂ ਨੂੰ ਬਣਾ ਲੈ। ਗੁਰੂ ਨਾਨਕ ਸਾਹਿਬ ਹੈਗੇ, ਇਹਨਾਂ ਨੂੰ ਬਣਾ ਲੈ। ਗੁਰੂ ਗੋਬਿੰਦ ਸਿੰਘ ਮਹਾਰਾਜ ਹੈਗੇ, ਬਣ ਜਾਣਗੇ। ਸਾਡੇ ਜੀ ਬੱਚਾ ਨਹੀਂ ਹੈ, ਸਾਡੇ ਪੁੱਤਰ ਨਹੀਂ ਹੈ, ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਰਾਣੀ ਮੈਣੀ ਦੇ ਪੁੱਤਰ ਬਣੇ ਨਹੀਂ। ਜੇ ਕੋਈ ਆਖਦਾ ਮੇਰੇ ਸਿਰ ਤੇ ਮੇਰੇ ਪਿਓ ਦਾ ਸਾਇਆ ਨਹੀਂ ਹੈ, ਕਿਉਂ ਨਹੀਂ ਹੈ? ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬਣਾ ਕੇ ਤਾਂ ਵੇਖੋ। ਮਹਾਰਾਜ ਨੇ ਵਚਨ ਕਰਨਾ, ਜਾ ਕੇ ਹਰ ਸਾਲ ਠਾਕੁਰ ਭਾਈ ਮੁਕਤ ਅਨੰਤ ਪੁਕਾਰਨ ਜਾਈ। ਜਿਹਦਾ ਰੱਬ ਮਿੱਤਰ ਬਣ ਜਾਵੇ, ਜਿਹਦਾ ਰੱਬ ਭਰਾ ਬਣ ਜਾਵੇ, ਮਹਾਰਾਜ ਨੇ ਕਹਿਣਾ ਆਪਣੇ ਦੀਵਾਨਾਂ ਦੇ ਵਿੱਚ, ਉਹਦੇ ਦਰਵਾਜ਼ੇ ਤੇ ਅਨੇਕਾਂ ਮੁਕਤੀਆਂ ਜੁਗਤੀਆਂ ਭੁਗਤੀਆਂ ਖੜੀਆਂ ਪਹਿਰਾ ਦਿੰਦੀਆਂ ਨੇ। ਫਿਰ ਆਖੋ ਸਤਿਨਾਮ। ਬਣਾ ਕੇ ਤਾਂ ਵੇਖੋ ਕਦੇ। ਭਗਤ ਸੁਦਾਮੇ ਦੇ ਭਗਵਾਨ ਕ੍ਰਿਸ਼ਨ ਜੀ ਮਿੱਤਰ ਸਨ, ਤੇ ਕਿਹੋ ਜੀ ਮਿੱਤਰਤਾ ਨਿਭਾਈ। ਪ੍ਰੇਮ ਦਾ ਪ੍ਰਸੰਗ ਹੈ ਨਾ ਜੀ। ਇਕੱਠੇ ਪੜ੍ਹਦੇ ਹੁੰਦੇ ਸੀ। ਸੰਖੇਪ ਜੀ ਬੇਨਤੀ ਮੈਂ ਕਰਾਂ, ਇੱਕ ਦਿਨ ਮਹਾਂਪੁਰਸ਼ਾਂ ਨੇ ਭੇਜਿਆ, ਕਹਿੰਦੇ ਜਾਓ ਵੀ ਲੱਕੜਾਂ ਲੈ ਕੇ ਆਓ, ਜੰਗਲ ਦੇ ਵਿੱਚੋਂ ਲੰਗਰ ਪ੍ਰਸ਼ਾਦਾ ਬਣਾਉਣਾ ਹੈ। ਜੰਗਲ ਵਿੱਚ ਗਏ ਲੱਕੜਾਂ ਇਕੱਠੀਆਂ ਕਰਨ ਵਾਸਤੇ, ਤੇ ਭਗਤ ਸੁਦਾਮਾ ਜੀ ਦੇ ਮਾਤਾ ਨੇ ਨਾ ਲੜ ਦੇ ਵਿੱਚ ਭੁੱਜੇ ਛੋਲੇ ਬੰਨ ਦਿੱਤੇ। ਜੰਗਲ ਵਿੱਚ ਗਿਆ ਤਾਂ ਮੀਂਹ ਆ ਗਿਆ, ਇੱਕ ਬਰੋਟੇ ਦੇ ਥੱਲੇ ਵੜ ਗਿਆ ਦੋਵੇਂ ਜਾਣੇ। ਠੰਡ ਲੱਗਣ ਲੱਗ ਪਈ, ਤੇ ਠੰਡ ਲੱਗਦੀ ਤਾਂ ਭੁੱਖ ਲੱਗ ਗਈ। ਭਗਤ ਸੁਦਾਮਾ ਜੀ ਨੇ ਉਹ ਛੋਲਿਆਂ ਦੇ ਦਾਣੇ ਕੱਢੇ, ਫੱਕਾ ਮਾਰਿਆ ਤੇ ਚੱਬਣ ਲੱਗ ਪਏ। ਅੱਛਾ ਜੀ, ਜਦੋਂ ਚੱਬਣ ਲੱਗ ਪਏ ਤੇ ਦਾਣੇ ਚੱਬਦਿਆਂ ਦੀ ਆਵਾਜ਼ ਭਗਵਾਨ ਕ੍ਰਿਸ਼ਨ ਨੂੰ ਸੁਣਾਈ ਦਿੱਤੀ। ਪੁੱਛਦੇ ਆ, ਕਹਿੰਦੇ ਸੁਦਾਮਿਆ ਕੀ ਖਾਣਾ ਹੈ? ਮੈਨੂੰ ਵੀ ਦੇ ਦੇ, ਭੁੱਖ ਲੱਗੀ ਹੈ। ਛੋਟੀ ਛੋਟੀ ਉਮਰ, ਲਾਲਚ ਵਿੱਚ ਆ ਕੇ, ਲੋਭ ਦੇ ਵਿੱਚ ਆ ਕੇ ਲਕੋ ਰੱਖ ਲਿਆ। ਕੋਈ ਮਾੜਾ ਕਰਮ ਅੱਗੇ ਆ ਗਿਆ, ਕਹਿੰਦੇ ਮਹਾਰਾਜ ਖਾਣਾ ਕਾਹਨੂੰ ਹੈ? ਠੰਡ ਦੇ ਨਾਲ ਮੇਰੇ ਦੰਦ ਵੱਜਦੇ ਨੇ। ਆਖੋ ਸਤਿਨਾਮ। ਠੰਡ ਲੱਗਦੀ ਹੈ, ਮੀਂਹ ਪੈਂਦਾ ਹੈ, ਦੰਦ ਖੜਕਦੇ ਹੈ। ਅੱਛਾ ਚਲੋ ਏਦਾਂ ਹੀ ਹੋਣੀ ਹੈ। ਮਹਾਰਾਜ ਚੁੱਪ ਕਰ ਗਏ। ਥੋੜਾ ਸਮਾਂ ਲੰਘਿਆ ਤੇ ਹੌਲੀ ਕਿ ਦੇਣਾ ਫੇਰ ਉਹ ਦਾਣੇ ਕੱਢੇ, ਮੂੰਹ 'ਚ ਮਾਰਿਆ ਫੱਕਾ, ਤੇ ਫੇਰ ਚੱਬਦੀ ਆਵਾਜ਼ ਫੇਰ ਆਈ। ਭਗਵਾਨ ਕਹਿੰਦੇ ਸੁਦਾਮਿਆ ਕੁਛ ਤੇ ਲੁਕਾਉਣਾ ਹੈ, ਕੋਈ ਚੀਜ਼ ਤੇਰੇ ਕੋਲ ਹੈਗੀ ਹੈ ਖਾਣ ਨੂੰ, ਮੈਨੂੰ ਵੀ ਦੇ ਦੇ। ਨਹੀਂ ਮਹਾਰਾਜ ਕਾਹਤੋਂ ਤੁਸੀਂ ਵਹਿਮ ਕਰਦੇ ਹੋ, ਮੇਰੇ ਤਾਂ ਦੰਦ ਵੱਜਦੇ ਆ। ਅੱਛਾ ਚਲੋ ਏਦਾਂ ਹੀ ਹੋਣੀ ਹੈ। ਮਹਾਰਾਜ ਫੇਰ ਚੁੱਪ ਕਰ ਗਏ। ਤੀਜੀ ਵਾਰੀ ਫੇਰ ਕਹਿੰਦੇ ਸੁਦਾਮਿਆ, ਉਹ ਯਾਰ ਕਹਿ ਕੇ ਬੋਲੇ। ਵੇਖੋ ਕਿੰਨਾ ਆਨੰਦ ਹੈ, ਜਿਹਨੂੰ ਰੱਬ ਭਗਵਾਨ ਯਾਰ ਕਹਿ ਕੇ ਆਵਾਜ਼ ਮਾਰਦਾ ਹੋਵੇ। ਸੰਤ ਜੀ ਮਹਾਰਾਜ ਸਿਉੜਾ ਸਾਹਿਬ ਵਾਲਿਆਂ ਨੂੰ ਆਪਾਂ ਕੌਣ ਨਹੀਂ ਜਾਣਦਾ? ਆਪਣੇ ਵਿੱਚ ਰਾੜੇ ਵਾਲਿਆਂ ਨੂੰ ਕੌਣ ਨਹੀਂ ਜਾਣਦਾ? ਮਸਤੂਆਣੇ ਵਾਲੇ ਮਹਾਂਪੁਰਸ਼ਾਂ ਨੂੰ ਕੌਣ ਨਹੀਂ ਜਾਣਦਾ? ਸਾਰੇ ਜਾਣਦੇ ਆ ਨਾ ਜੀ। ਪਰ ਉਹ ਕਿੰਨੇ ਭਾਗਾਂ ਵਾਲੇ ਹੋਣਗੇ ਜਿਨ੍ਹਾਂ ਨੂੰ ਮਹਾਰਾਜ ਜੀ ਆਪ ਨਾਮ ਲੈ ਕੇ ਆਵਾਜ਼ ਮਾਰਦੇ ਹੋਣਗੇ। ਜਦੋਂ ਸੰਤ ਮਹਾਰਾਜ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਕਿਸੇ ਸੇਵਕ ਨੂੰ ਨਾਂ ਲੈ ਕੇ ਆਵਾਜ਼ ਮਾਰਦੇ ਹੋਣਗੇ, ਤਾਂ ਇਦੋਂ ਵੱਡਾ ਆਨੰਦ ਕੋਈ ਹੋਰ ਨਹੀਂ ਹੋ ਸਕਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਭਾਈ ਦਇਆ ਸਿੰਘ ਨੂੰ ਦਇਆ ਸਿੰਘਾ ਕਹਿ ਕੇ ਆਵਾਜ਼ ਮਾਰਦੇ ਹੋਣਗੇ, ਕਿਹੋ ਜਿਹਾ ਆਨੰਦ ਬਣਦਾ ਹੋਵੇਗਾ। ਭਗਵਾਨ ਕ੍ਰਿਸ਼ਨ ਜੀ ਕਹਿੰਦੇ ਆ, ਕਹਿੰਦੇ ਸੁਦਾਮਿਆ ਯਾਰਾ ਭੁੱਖ ਲੱਗੀ ਹੈ, ਨਾਲ ਕੋ ਰੱਖ, ਦੇ ਦੇ ਜੋ ਖਾਣਾ ਹੈ। ਤੀਜੀ ਵਾਰੀ ਫਿਰ ਕਹਿੰਦਾ ਮਹਾਰਾਜ ਨਹੀਂ, ਮੈਂ ਖਾ ਕੁਛ ਨਹੀਂ ਰਿਹਾ, ਤੁਸੀਂ ਮੇਰੀ ਗੱਲ ਮੰਨ ਜਾਓ। ਠੰਡ ਲੱਗਦੀ ਹੈ, ਮੀਂਹ ਪੈ ਰਿਹਾ, ਮੇਰੇ ਦੰਦ ਖੜਕਦੇ ਆ। ਤੇ ਕਹਿੰਦੇ ਨੇ ਮਹਾਰਾਜ ਭਗਵਾਨ ਕ੍ਰਿਸ਼ਨ ਜੀ ਹੱਸ ਕੇ ਕਹਿਣ ਲੱਗੇ, ਕਹਿੰਦੇ ਜਾ ਓਏ ਦਿਲ ਦਰਿਆ, ਉਹ ਆ ਦਾਣਿਆਂ ਪਿੱਛੇ ਲਕੋ ਰੱਖ ਗਿਆ, ਯਾਰੀ ਦਾਣਿਆਂ ਪਿੱਛੇ ਤੋੜ ਗਿਆ। ਅੱਛਾ ਇਹ ਗੱਲ ਤਾਂ ਕਹੀ ਸੁਭਾਵਿਕ, ਭਾਵੇਂ ਕਿ ਬਿਧ ਇਸੇ ਤਰ੍ਹਾਂ ਹੀ ਸੀ। ਪ੍ਰੇਮ ਪ੍ਰਗਟ ਕਿਵੇਂ ਹੋਏਗਾ? ਇਹ ਸਾਖੀ ਬਣਨੀ ਕਿੱਦਾਂ ਸੀ? ਸਾਡੇ ਵਾਸਤੇ ਸੇਧਾਂ ਮਿਲਣੀਆਂ ਕਿੱਦਾਂ ਸੀ? ਇਹ ਬਿਧ ਪਹਿਲਾਂ ਬਣੀ ਹੋਈ ਸੀ, ਵਿੱਚ ਕੋਈ ਸ਼ੱਕ ਨਹੀਂ ਹੈ। ਸੁਭਾਵਿਕ ਵਚਨ ਕਰ ਦਿੱਤਾ, ਕਹਿੰਦੇ ਜਾਓ ਦਿਲ ਦਰਿਆ, ਚਾਰ ਦਾਣਿਆਂ ਪਿੱਛੇ ਲਕੋ ਰੱਖ ਗਿਆ ਮੇਰੇ ਕੋਲੋਂ। ਜੇ ਨਹੀਂ ਖਾਣ ਨੂੰ ਦੇਣੇ ਨਾ ਦੇ, ਘੱਟੋ ਘੱਟ ਸੱਚ ਤਾਂ ਦੱਸ ਦੇ। ਅੱਛਾ ਉਹ ਵਚਨ ਇਹੋ ਜਿਹਾ ਪੂਰਾ ਹੋਇਆ। ਸਮਾਂ ਆਇਆ, ਭਗਵਾਨ ਕ੍ਰਿਸ਼ਨ ਜੀ ਬਣ ਗਿਆ ਦਵਾਰਕਾ ਦੇ ਰਾਜੇ, ਤੇ ਭਗਤ ਸੁਦਾਮਾ ਜੀ ਦੇ ਘਰ ਵਿੱਚ 2 ਟਾਈਮ ਦਾ ਪ੍ਰਸ਼ਾਦਾ ਪੱਕਣਾ ਵੀ ਬੰਦ ਹੋ ਗਿਆ। ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ। ਮਹਾਰਾਜ ਸਿਉੜਾ ਸਾਹਿਬ ਵਾਲੇ ਬੜੇ ਪਿਆਰ ਚਾਹ ਧਾਰਨਾ ਪੜ੍ਹਦੇ ਹੁੰਦੇ ਸੀ।
ਜੀ ਪੀਰ ਪਛਾਣ ਦੇ ਬੁਰਿਆਂ ਤੇ ਭਲਿਆਂ ਵੜੀ, ਪੀਰ ਪਛਾਣ ਦੇ ਬੁਰਿਆਂ ਤੇ ਭਲਿਆਂ ਵੜੀ। ਪਛਾਣ ਦੇ ਬੁਰਿਆਂ ਤੇ ਬੁਰਿਆਂ ਤੇ ਭਲਿਆਂ, ਬੁਰਿਆਂ ਤੇ ਭਲਿਆਂ ਵੜੀ। ਬੁਰਿਆਂ ਤੇ ਭਲਿਆਂ, ਬੁਰਿਆਂ ਤੇ ਭਲਿਆਂ ਵੜੀ। ਆ ਪੀਰ ਪਛਾਣ ਦੇ ਬੁਰਿਆਂ ਤੇ, ਪੀਰ ਪਛਾਣ ਦੇ ਜੀ ਬੁਰਿਆਂ ਤੇ ਭਲਿਆਂ ਵੜੀ। ਘਾਟ ਘਾਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਉਹਦੇ ਤੋਂ ਲੁਕੋ ਨਹੀਂ ਰੱਖਿਆ ਜਾ ਸਕਦਾ। ਮਾਰੇ ਕਹਿੰਦੇ ਨੇ ਹੱਡ ਪੱਟਣ ਵਿੱਚ ਮੰਦਰ ਭੰਨੈ, ਕਰ ਚੋਰੀ ਘਰ ਆਵੇ, ਅੱਗੋਂ ਦੇਖਿਆ ਪਿੱਛੋਂ ਦੇਖਿਆ, ਤੁਝ ਤੇ ਕਹਾਂ ਛੁਪਾਵੇ। ਉਹ ਤੇ ਸਾਰਿਆਂ ਥਾਵਾਂ ਤੇ ਦੇਖ ਰਿਹਾ ਤੈਨੂੰ, ਹਰ ਥਾਂ ਤੇ ਦੇਖ ਰਿਹਾ, ਤੇਰੇ ਵਿੱਚ ਬੈਠਾ ਤੈਨੂੰ ਦੇਖ ਰਿਹਾ। ਕਿਸੇ ਮਹਾਂਪੁਰਸ਼ਾਂ ਨੇ ਨਾ ਆਪਣੇ ਦੋ ਚੇਲਿਆਂ ਨੂੰ ਆਖਿਆ, ਉਹ ਚੜ੍ਹਾਈ ਕਰਨ ਲੱਗੇ ਤੇ ਆਪਣੇ ਚੇਲਿਆਂ ਨੂੰ ਉਪਦੇਸ਼ ਦਿੰਦੇ ਸੀ ਸਾਰੀ ਉਮਰ ਵੀ ਭਾਈ ਰੱਬ ਹਰ ਥਾਂ ਤੇ ਹੈ, ਰੱਬ ਹਰ ਜਗ੍ਹਾ ਹੈ। ਜਦੋਂ ਲੱਗੇ ਚੜ੍ਹਾਈ ਕਰਨ ਤੇ ਮਹਾਂਪੁਰਸ਼ਾਂ ਨੇ ਦੋ ਕਬੂਤਰ ਦਿੱਤੇ ਦੋ ਚੇਲਿਆਂ ਨੂੰ, ਕਹਿੰਦੇ ਵੀ ਲਓ ਇਹ ਕਬੂਤਰਾਂ ਨੂੰ ਉੱਥੇ ਮਾਰ ਕੇ ਲੈ ਕੇ ਆਓ ਜਿੱਥੇ ਕੋਈ ਨਾ ਵੇਖਦਾ। ਸਤਿਵਚਨ ਜੀ ਦੋਵਾਂ ਨੇ ਇੱਕ ਇੱਕ ਕਬੂਤਰ ਹੱਥ ਵਿੱਚ ਫੜਿਆ, ਇੱਕ ਮੇਰੇ ਵਰਗਾ ਪਾਸੇ ਨੂੰ ਹੋਇਆ, ਉੱਪਰ ਪਾਇਆ ਪੜਦਾ ਤੇ ਕਬੂਤਰ ਦੀ ਧੌਣ ਮਰੋੜਤੀ। ਲਓ ਮਹਾਰਾਜ ਤੁਸੀਂ ਕਿਹਾ ਸੀ ਮਾਰਨਾ ਜਿੱਥੇ ਕੋਈ ਨਾ ਵੇਖਦਾ ਹੋਵੇ, ਮੈਂ ਮਾਰਦਾ। ਜਿਹੜਾ ਦੂਜਾ ਸੀ ਉਹਨੇ ਮਹਾਂਪੁਰਸ਼ਾਂ ਦੇ ਉਪਦੇਸ਼ ਉੱਪਰ ਅਮਲ ਕੀਤਾ ਹੋਇਆ ਸੀ, ਚੁੱਕ ਕੇ ਲੈ ਗਿਆ ਪਾਸੇ। ਜਦੋਂ ਲੱਗਾ ਉਹਦੀ ਧੌਣ ਮਰੋੜਨ ਤੇ ਮਨ ਵਿੱਚ ਆਇਆ ਵੀ ਇੱਥੇ ਆਸੇ ਪਾਸੇ ਮੈਨੂੰ ਲੋਕ ਵੇਖਦੇ ਐ। ਸੰਤਾਂ ਨੇ ਕਿਹਾ ਸੀ ਉੱਥੇ ਮਾਰ ਕੇ ਲਿਆਈ ਜਿੱਥੇ ਕੋਈ ਦੇਖਦਾ ਨਾ ਹੋਵੇ। ਚਲੋ ਸ਼ਹਿਰ ਤੋਂ ਪਾਸੇ ਹੋ ਜਾਂਦੇ ਆ। ਸ਼ਹਿਰ ਤੋਂ ਪਾਸੇ ਹੋ ਗਏ, ਜੰਗਲ ਵਿੱਚ ਚਲੇ ਗਏ। ਉੱਥੇ ਲੱਗਾ ਮਾਰਨ, ਮਨ ਵਿੱਚ ਖਿਆਲ ਆਇਆ ਵੀ ਇੱਥੇ ਮੈਨੂੰ ਬਾਕੀ ਪੰਛੀ ਵੇਖਦੇ ਨੇ, ਜਾਨਵਰ ਦੇਖਦੇ ਨੇ, ਚੰਗਾ ਕਿਸੇ ਗੁਫਾ 'ਚ ਵੜ ਜਾਂਦੇ ਆ। ਸੰਤਾਂ ਨੇ ਕਿਹਾ ਸੀ ਉੱਥੇ ਮਾਰ ਕੇ ਲਿਆਵੀਂ ਜਿੱਥੇ ਕੋਈ ਨਾ ਵੇਖਦਾ ਹੋਵੇ। ਗੁਫਾ ਦੇ ਵਿੱਚ ਵੜ ਗਿਆ ਜਾ ਕੇ। ਜਦੋਂ ਲੱਗਾ ਉਸ ਕਬੂਤਰ ਨੂੰ ਮਾਰਨ, ਮਨ ਵਿੱਚ ਖਿਆਲ ਆਇਆ ਵੀ ਹੁਣ ਇਹ ਮੈਨੂੰ ਵੇਖਦਾ ਹੈ। ਆਖੋ ਸਤਿਨਾਮ। ਜਿਨ੍ਹਾਂ ਨੇ ਬਾਣੀ ਪੜ੍ਹੀ ਹੈ, ਪੜ੍ਹ ਕੇ ਵਿਚਾਰੀ ਹੈ, ਵਿਚਾਰ ਕੇ ਅਮਲ ਕੀਤਾ, ਇਹ ਗੱਲਾਂ ਉਹ ਸੋਚਣਗੇ। ਤੇ ਜਿਨ੍ਹਾਂ ਨੇ ਨਵੇੜਾ ਕੀਤਾ ਹੈ, ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ, ਕਈਆਂ ਦਾ ਨਹਾਉਂਦਿਆਂ ਨਹਾਉਂਦਿਆਂ ਬਾਥਰੂਮ ਦੇ ਵਿੱਚ ਜਪਜੀ ਸਾਹਿਬ ਪੂਰਾ ਹੋ ਜਾਂਦਾ। ਹਾਂ ਸੱਚੀ ਗੱਲ ਹੈ ਜੀ। ਸਿੱਖ ਦਾ ਸਵੇਰ ਨੂੰ ਅਲਾਰਮ ਵੱਜਦਾ, ਫਟਾਫਟ ਉੱਠਣਗੇ, ਨਾਲੇ ਬਾਥਰੂਮ 'ਚ ਵੜ ਜਾਣਗੇ, ਨਾਲੇ ਪਾਣੀ ਪਾਈ ਜਾਣਗੇ, ਨਾਲੇ ਜਪਜੀ ਸਾਹਿਬ ਦਾ ਪਾਠ ਕਰੀ ਜਾਣਗੇ। ਵੀ ਉਹ ਕੋਈ ਪਾਠ ਕਰਨ ਵਾਲੀ ਜਗ੍ਹਾ ਹੈ। ਜਿਨ੍ਹਾਂ ਨੇ ਟਿਕ ਟਿਕ ਕੇ ਬਾਣੀ ਨੂੰ ਪੜ੍ਹਿਆ, ਸੁਣਿਆ, ਮੰਨਿਆ, ਮਨ ਕੀਤਾ ਭਾਉ, ਜਿਨ੍ਹਾਂ ਨੇ ਵਿਚਾਰ ਕੀਤੀ, ਉਹ ਆਪਣੇ ਮਨ ਵਿੱਚ ਸੋਚਦਾ ਵੀ ਇੱਥੇ ਮੈਨੂੰ ਹੁਣ ਇਹ ਵੇਖਦਾ ਹੈ, ਅੱਛਾ ਚਲੋ ਉਹਦੀਆਂ ਅੱਖਾਂ ਤੇ ਹੱਥ ਰੱਖ ਲਿਆ, ਇਹ ਹੁਣ ਮੈਨੂੰ ਵੇਖੇ ਨਾ। ਲੱਗਾ ਉਹਦੀ ਧੌਣ ਮਰੋੜਨ, ਮਨ ਵਿੱਚ ਆਇਆ ਹੁਣ ਇਹ ਨਹੀਂ ਮੈਨੂੰ ਵੇਖਦਾ, ਮੈਂ ਤੇ ਇਹਨੂੰ ਵੇਖਦਾ ਹੈ। ਆਖੋ ਸਤਿਨਾਮ। ਸੰਤਾਂ ਨੇ ਕਿਹਾ ਸੀ ਉੱਥੇ ਮਾਰ ਕੇ ਲਿਆਈ ਜਿੱਥੇ ਕੋਈ ਵੇਖਦਾ ਨਾ ਹੋਵੇ। ਚਲੋ ਆਪਣੀ ਅੱਖਾਂ ਤੇ ਪੱਟੀ ਬੰਨ੍ਹ ਲਈ, ਉਹਦੀਆਂ ਅੱਖਾਂ ਤੇ ਹੱਥ ਰੱਖ ਲਿਆ। ਜਦੋਂ ਆਖਰੀ ਵਾਰੀ ਲੱਗਾ ਨਾ ਮਾਰਨ,
ਤੇ ਇੱਕਦਮ ਮਨ ਵਿੱਚ ਖਿਆਲ ਆ ਗਿਆ। ਸੰਤ ਕਹਿੰਦੇ ਹੁੰਦੇ ਸੀ ਰੱਬ ਹਰ ਥਾਂ ਤੇ ਹੈ, ਹਰ ਘਟ ਘਟ ਦੇ ਵਿੱਚ ਹੈ। ਭਾਵੇਂ ਮੈਨੂੰ ਸੰਸਾਰ ਨਹੀਂ ਵੇਖਦਾ, ਭਾਵੇਂ ਇਹ ਕਬੂਤਰ ਮੈਨੂੰ ਨਹੀਂ ਵੇਖਦਾ, ਭਾਵੇਂ ਮੈਂ ਇਹਨੂੰ ਨਹੀਂ ਵੇਖਦਾ, ਪਰ ਇਹਦੇ ਤੇ ਮੇਰੇ ਵਿੱਚ ਬੈਠਾ ਰੱਬ ਦੇ ਸਾਨੂੰ ਦੋਨੋਂ ਦੇਖਦਾ ਹੈ। ਆਖੋ ਸਤਨਾਮ। ਵਾਪਸ ਆ ਗਿਆ, ਸੰਤਾਂ ਕੋਲ ਲਿਆ ਕੇ ਰੱਖ ਦਿੱਤਾ। ਕਹਿੰਦਾ ਮਹਾਰਾਜ ਮੈਂ ਨਹੀਂ ਇਹਨੂੰ ਮਾਰ ਸਕਦਾ। ਸੰਤ ਕਹਿੰਦੇ ਕਿਉਂ? ਕਹਿੰਦੇ ਜੀ ਤੁਹਾਡਾ ਵਚਨ ਹੈ ਪ੍ਰਮਾਤਮਾ ਹਰ ਥਾਂ ਤੇ ਹੈ। ਕਹਿੰਦੇ ਵੀ ਹਾਂ ਹਰ ਥਾਂ ਤੇ ਹੈ। ਕਹਿੰਦੇ ਮਹਾਰਾਜ ਤੁਸੀਂ ਆਖਿਆ ਸੀ ਜਿੱਥੇ ਕੋਈ ਨਾ ਵੇਖਦਾ ਹੋਵੇ ਉੱਥੇ ਮਾਰ ਕੇ ਲਿਆਈ। ਮਹਾਰਾਜ ਮੈਨੂੰ ਕੋਈ ਥਾਂ ਲੱਭਾ ਹੀ ਨਹੀਂ ਜਿੱਥੇ ਸਾਨੂੰ ਦੋਹਾਂ ਨੂੰ ਕੋਈ ਦੇਖਦਾ ਨਾ ਹੋਵੇ। ਉਹ ਤੇ ਹਰ ਥਾਂ ਤੇ ਦੇਖਦਾ ਹੈ। ਉਹ ਤੋਂ ਕਿਸ ਗੱਲ ਦਾ ਲਕੋ ਰੱਖੋਗੇ? ਅੱਛਾ ਜੀ ਚਲੋ, ਭਗਵਾਨ ਕ੍ਰਿਸ਼ਨ ਜੀ ਮਹਾਰਾਜ ਦਵਾਰਕਾ ਦੇ ਰਾਜੇ ਬਣ ਗਏ। ਇੱਧਰ ਦਿਨ ਕੱਟਣੇ ਔਖੇ ਹੋ ਗਏ ਭਗਤ ਸੁਦਾਮਾ ਜੀ ਨੂੰ। ਇੱਕ ਟਾਈਮ ਦਾ ਪ੍ਰਸ਼ਾਦਾ ਪੱਕਦਾ, ਦੂਜੇ ਟਾਈਮ ਕਈ ਵਾਰੀ ਪਾਣੀ ਪੀ ਕੇ ਵੀ ਸੌਣਾ ਪੈ ਜਾਂਦਾ ਸੀ। ਇੱਕ ਦਿਨ ਨਾ ਬੈਠੇ ਬੈਠੇ ਭਗਤ ਸੁਦਾਮੇ ਦੇ ਘਰ ਵਾਲੀ ਕਹਿੰਦੀ ਤੁਸੀਂ ਕਈ ਵਾਰੀ ਗੱਲਾਂ ਕਰਦੇ ਹੁੰਦੇ ਹੋ ਬੈਠੇ ਵੀ ਜਿਹੜੇ ਦਵਾਰਕਾ ਦੇ ਰਾਜੇ ਹਨ ਕ੍ਰਿਸ਼ਨ ਜੀ ਉਹ ਮੇਰੇ ਮਿੱਤਰ ਨੇ, ਅਸੀਂ ਇਕੱਠੇ ਪੜ੍ਹੇ ਆ, ਕਲਾਸ ਫੈਲੋ ਸੀ। ਕਹਿੰਦੇ ਕਦੀ ਜਾਓ ਤਾਂ ਸਹੀ ਆਪਣੇ ਮਿੱਤਰ ਦੇ ਕੋਲ, ਆਪਣੇ ਮਿੱਤਰ ਨੂੰ ਜਾ ਕੇ ਆਪਣੀ ਹਾਲਤ ਬਾਰੇ ਬੇਨਤੀ ਤਾਂ ਕਰੋ, ਕੁਛ ਨਾ ਕੁਛ ਦੇਗਾ ਤੁਹਾਨੂੰ। ਕਹਿੰਦਾ ਭਗਵਾਨ ਨੇ ਮੇਰਾ ਮਨ ਨਹੀਂ ਮੰਨਦਾ ਵੀ ਮੈਂ ਜਾ ਕੇ ਮੰਗਾ, ਮੇਰਾ ਮੰਗਣ ਨੂੰ ਮਨ ਨਹੀਂ ਕਰਦਾ, ਪ੍ਰੇਮ ਸਾਡਾ ਬਹੁਤ ਹੈ। ਅੱਛਾ ਚਲੋ ਦਿਨ ਲੱਗਣ ਲੱਗ ਪਏ। ਫੇਰ ਇੱਕ ਦਿਨ ਆਖਿਆ ਵੀ ਤੁਸੀਂ ਜਾਂਦੇ ਕਿਉਂ ਨਹੀਂ? ਬੱਚਿਆਂ ਦੀ ਹਾਲਤ ਮੇਰੇ ਤੋਂ ਦੇਖੀ ਨਹੀਂ ਜਾਂਦੀ ਹੈ। ਰੱਬ ਆਪਣਾ ਪ੍ਰੇਮ ਆਪਣੇ ਭਗਤ ਨਾਲ ਕਿਵੇਂ ਪੂਰਾ ਕਰਦਾ ਹੈ। ਸਾਧ ਸੰਗਤ ਜੀ ਕਾਫੀ ਦਿਨ ਲੰਘੇ, ਬਹੁਤਾ ਖਹਿੜੇ ਪੈ ਗਈ। ਸੰਖੇਪ ਮੈਂ ਬੇਨਤੀ ਕਰਾਂ। ਕਹਿੰਦੇ ਚੰਗਾ ਜੇ ਤੂੰ ਬਹੁਤਾ ਕਹਿਨੀ ਹੈ ਤੇ ਮੈਂ ਚਲਿਆ ਜਾਣਾ, ਪਰ ਮੈਂ ਜਾ ਕੇ ਮੰਗਣਾ ਨਹੀਂ। ਚਲਿਆ ਮੈਂ ਜਾਊਂਗਾ ਪਰ ਮੈਂ ਮੰਗਣਾ ਨਹੀਂ। ਕਹਿੰਦੇ ਮੰਗਿਓ ਨਾ, ਗੇੜਾ ਤੇ ਕੱਢ ਆਓ। ਲਾਗੂ ਹੋਈ ਬਾਹਮਣੀ ਮਿਲ ਜਗਦੀਸ਼ ਦਲਿੱਦਰ ਗਵਾਏ। ਤੁਰਨ ਲੱਗੇ ਤੇ ਕਹਿੰਦੇ ਨੇ ਘਰੇ ਕੁਛ ਹੈ ਨਾਲ ਲੈ ਕੇ ਜਾਣ ਵਾਸਤੇ। ਸਿਆਣਿਆਂ ਦਾ ਕਥਨ ਹੈ ਗੁਰੂ ਕੋਲ ਜਾਈਏ, ਵੈਦ ਕੋਲ ਜਾਈਏ, ਰਾਜੇ ਕੋਲ ਜਾਈਏ ਤੇ ਖਾਲੀ ਹੱਥੀ ਨਹੀਂ ਜਾਈਦਾ। ਇਹ ਗੱਲ ਆਪਣੇ ਪੱਲੇ ਬੰਨਿਓ ਤੁਸੀਂ ਸਾਰੇ। ਇਹਦੇ ਵਿੱਚ ਬਹੁਤ ਵੱਡਾ ਭੇਦ ਲੁਕਿਆ ਹੋਇਆ। ਮਹਾਂਪੁਰਸ਼ਾਂ ਦੇ ਸਿਆਣਿਆਂ ਦੇ ਕਥਨ ਨੇ। ਕਹਿੰਦੇ ਗੁਰੂ ਕੋਲ, ਸਾਧੂ ਕੋਲ, ਮਹਾਂਪੁਰਸ਼ ਕੋਲ ਭਰੇ ਹੱਥੀਂ ਆਈਏ ਤੇ ਭਰੇ ਹੱਥੀਂ ਵਾਪਸ ਮੁੜੀਦਾ। ਤੁਸੀਂ ਜਦੋਂ ਵੀ ਇੱਥੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਉਂਦੇ ਹੋ, ਜ਼ਰੂਰੀ ਨਹੀਂ ਹੈ ਕਿਸੇ ਨੇ 100 ਦਾ ਮੱਥਾ ਟੇਕਣਾ ਹੈ, 500 ਦਾ ਟੇਕਣਾ ਹੈ, 1000 ਦਾ, 2000 ਦਾ ਟੇਕਣਾ ਹੈ। ਮੇਰੇ ਕੋਲ ਮਾਇਆ ਨਹੀਂ ਹੈ। ਤੁਸੀਂ ਭਾਵੇਂ 1 ਰੁਪਈਆ ਹੀ ਮੱਥਾ ਟੇਕਿਆ ਕਰੋ, ਟੇਕਿਆ ਜ਼ਰੂਰ ਕਰੋ। ਖਾਲੀ ਹੱਥ ਨਹੀਂ ਕਦੇ ਆਈਦਾ। ਜੇ ਕੁਛ ਨਹੀਂ ਲਿਆ ਸਕਦੇ ਘੱਟੋ ਘੱਟ ਆਪਣੇ ਘਰੋਂ ਆਟੇ ਦੀ ਕੌਲੀ ਲੈ ਆਓ, ਫੁੱਲ ਲੈ ਆਓ, ਕੁਛ ਲੈ ਆਓ, ਕੁਛ ਰੱਖ ਕੇ ਮੱਥਾ ਟੇਕੋ ਦਰਸ਼ਨੀ ਭੇਟ। ਕਹਿੰਦੀ ਹੋਰ ਤਾਂ ਕੁਛ ਹੈ ਨਹੀਂ, ਥੋੜੇ ਜਿਹਾ ਸੱਤੂ ਪਏ ਹਨ, ਉਹ ਬੱਚਿਆਂ ਨੇ ਖਾਣੇ ਸੀ ਰਾਤ ਨੂੰ, ਉਹ ਤੂੰ ਲੈ ਜਾ। ਚਲੋ ਉਹਦੇ ਲੜ ਬੰਨ ਦਿੱਤੇ। ਤੇ ਭਗਤ ਸੁਦਾਮਾ ਜੀ ਨਾ ਜੀ ਆਪਣੇ ਮਨ ਦੇ ਵਿੱਚ ਵਿਚਾਰਦੇ ਤੁਰ ਪਏ ਨਗਰ ਦਵਾਰਕਾ ਵੱਲ ਨੂੰ। ਤੇ ਮਨ ਵਿੱਚ ਸੋਚਦੇ ਐ ਵੀ ਉੱਥੇ ਤਾਂ ਬੜੇ ਬੜੇ ਮਹਿਲ ਹੋਣਗੇ, ਬੜੇ ਤਕੜੇ ਤਕੜੇ ਉੱਥੇ ਅਹਿਲਕਾਰ ਫਿਰਦੇ ਹੋਣਗੇ, ਸਿਪਾਹੀ ਫਿਰਦੇ ਹੋਣਗੇ, ਉੱਥੇ ਮੈਨੂੰ ਕਿਹਨੇ ਮਿਲਾਉਣਾ ਹੈ? ਚੱਲਦਾ ਗਿਣਦਾ ਗੱਟੀਆਂ ਕਿਉਂ ਕਰ ਮਿਲੀਏ ਕਵਣ ਮਿਲਾਵੇ। ਮੈਨੂੰ ਉੱਥੇ ਕਿਹੜਾ ਮਿਲਾਏਗਾ? ਤੁਰਤਾ ਪਿਆ ਮਗਰ ਲੱਗ ਕੇ, ਪਰ ਮਨ ਵਿੱਚ ਸੋਚਦਾ ਜਾਂਦਾ ਹੈ ਜੀ ਕਿਉਂ ਕਰ ਮਿਲੀਏ ਤੇ ਕਵਣ ਮਿਲਾਵੇ। ਮਨ ਵਿੱਚ ਗਿਣਦਾ ਜਾਵੇ ਗਿੱਟੀਆਂ ਕਿਉਂ ਕਰ ਮਿਲੀਏ ਤੇ ਕਵਣ। ਮਨ ਵਿੱਚ ਗਿਣਦਾ ਜਾਵੇ ਗਿੱਟੀਆਂ ਮਨ ਵਿੱਚ ਗਿਣਦਾ ਜਾਵੇ। ਕਿਉਂ ਕਰ ਮਿਲੀਏ ਤੇ ਕੌਣ ਮਿਲਾਵੇ। ਮਨ ਵਿੱਚ ਗਿਣਦਾ ਜਾਵੇ ਕਿਉਂ ਕਰ ਮਿਲੀਏ ਤੇ ਕਵਣ। ਮਨ ਵਿੱਚ ਗਿਣਦਾ ਜਾਵੇ ਗਿੱਟੀਆਂ
ਭਗਤ ਸੁਦਾਮਾ ਜੀ ਆਪਣੇ ਮਨ ਵਿੱਚ ਸੋਚਦੇ ਕਹਿੰਦੇ ਤੁਰ ਪਏ ਤਾਂ ਆਪਣੇ ਮਨ ਦੇ ਵਿੱਚ ਵਿਚਾਰ ਕਰਦੇ ਨਾ ਜੀ ਦਵਾਰਕਾ ਨਗਰ ਪਹੁੰਚ ਗਏ। ਤੇ ਜਦੋਂ ਭਗਵਾਨ ਕ੍ਰਿਸ਼ਨ ਦੇ ਮਹਿਲਾਂ ਸਾਹਮਣੇ ਪਹੁੰਚੇ, ਸਾਹਮਣੇ ਖੜਾ ਪਹਿਰੇਦਾਰ, ਤੇ ਜੱਕਦੇ ਜਾ ਕੇ ਹੱਥ ਜੋੜਦਾ, ਪੁੱਛਦਾ, ਕਹਿੰਦਾ ਵੀ ਤੂੰ ਕੌਣ, ਕਿੱਥੋਂ ਆਇਆ, ਕਿਹਨੂੰ ਮਿਲਣਾ ਹੈ? ਕਹਿੰਦੇ ਜੀ ਮੈਨੂੰ ਕ੍ਰਿਸ਼ਨ ਜੀ ਨੂੰ ਮਿਲਾ ਦਿਓ। ਕਹਿੰਦੇ ਤੁਸੀਂ ਕਹਿਣਾ ਕੀ ਹੈ? ਕਹਿੰਦੇ ਕਹਿਣਾ ਮੈਂ ਕੁਛ ਨਹੀਂ, ਮੈਂ ਸਿਰਫ ਦਰਸ਼ਨ ਕਰਨ ਵਾਸਤੇ ਆਇਆ। ਅੱਛਾ ਕੀ ਆਖੀਏ ਅਸੀਂ ਜਾ ਕੇ ਅੰਦਰ ਫਿਰ ਉਹਨਾਂ ਨੂੰ ਵੀ ਕੌਣ ਆਇਆ ਹੈ, ਕੀ ਦੱਸੀਏ ਜਾ ਕੇ? ਭਗਤ ਸੁਦਾਮਾ ਜੀ ਜਾਗਦੇ ਆਪਣੇ ਮਨ ਵਿੱਚ, ਜੇ ਮੈਂ ਕਿਹਾ ਵੀ ਜਾ ਕੇ ਭਗਵਾਨ ਕ੍ਰਿਸ਼ਨ ਨੂੰ ਆਖੋ ਵੀ ਤੁਹਾਡਾ ਮਿੱਤਰ ਆਇਆ, ਇਹ ਹੱਸਣਗੇ ਮੇਰੇ ਤੇ ਵੀ ਉਹ ਦਵਾਰਕਾ ਦੇ ਰਾਜੇ, ਤੇ ਤੁਸੀਂ ਇੱਕ ਤੁਹਾਡੇ ਪਾਟੇ ਪਾਏ ਹੋਏ ਕੱਪੜੇ, ਕੋਈ ਬਹੁਤਾ ਤੁਹਾਡਾ ਸੋਹਣਾ ਲਿਬਾਸ ਨਹੀਂ, ਤੁਸੀਂ ਕਿੱਦਾਂ ਮਿੱਤਰ ਹੋ ਸਕਦੇ ਹੋ? ਜਦੋਂ ਕਾਫੀ ਲੰਮਾ ਕਸ਼ਮਕਸ਼ ਚੱਲੀ ਤੇ ਮਨ ਵਿੱਚ ਕਹਿੰਦਾ, ਆਪਣੇ ਆਪ ਦੇ ਵਿਚਾਰ ਕਰਦਾ ਵੀ ਚਲੋ ਹੁਣ ਦੱਸਣਾ ਤਾਂ ਪਏਗਾ। ਕਹਿੰਦਾ ਜੀ ਜਾ ਕੇ ਇੰਨੀ ਗੱਲ ਕਹਿ ਦਿਓ, ਤੁਹਾਡਾ ਮਿੱਤਰ ਸੁਦਾਮਾ ਤੁਹਾਨੂੰ ਮਿਲਣ ਵਾਸਤੇ ਆਇਆ। ਅੱਛਾ ਪਹਿਰੇਦਾਰ ਕਹਿੰਦਾ ਗੱਲ ਸੁਣ, ਜੇ ਤੂੰ ਮਿਲਣ ਦਾ ਬਹਾਨਾ ਲੱਭਣਾ ਕੋਈ ਹੋਰ ਲੱਭ ਲਾ, ਇਹ ਸੋਹਣਾ ਬਹਾਨਾ ਲੱਭਿਆ, ਤੂੰ ਮਿੱਤਰ ਭਗਵਾਨ ਦਾ ਕਿੱਥੋਂ ਹੋ ਸਕਦਾ ਹੈ? ਪਾਟੀ ਹੋਈ ਤੇਰੇ ਧੋਤੀ ਲਾਈ ਹੋਈ ਹੈ, ਪਾਟਾ ਤੇਰੇ ਮੋਢੇ ਤੇ ਪਰਨਾ ਰੱਖਿਆ, ਤੇਰੇ ਸਰੀਰ ਉੱਪਰ ਕੋਈ ਕੱਪੜਾ ਨਹੀਂ ਹੈ, ਸੋਹਣੀ ਤੇਰੀ ਹਾਲਤ ਨਹੀਂ, ਤੂੰ ਭਗਵਾਨ ਦਾ ਮਿੱਤਰ ਕਿੱਦਾਂ ਹੋ ਸਕਦਾ ਹੈ? ਕਹਿੰਦੇ ਨਹੀਂ ਕਹੋ ਤਾਂ ਸਹੀ, ਜਾ ਕੇ ਤੁਸੀਂ ਇੱਕ ਵਾਰੀ ਨਾਂ ਤਾਂ ਲਓ, ਉਹਨਾਂ ਦੀ ਮਰਜ਼ੀ ਹੋਈ ਮਿਲ ਲੈਣਗੇ, ਨਾ ਮਰਜ਼ੀ ਹੋਈ ਨਾ ਮਿਲਣਗੇ, ਘੱਟੋ ਘੱਟ ਮੇਰਾ ਸੁਨੇਹਾ ਤਾਂ ਦੇ ਦਿਓ। ਆਖੋ ਸਤਿਨਾਮ। ਮਹਾਰਾਜ ਜੀ ਧਾਰਨਾ ਪੜ੍ਹਦੇ ਹੁੰਦੇ ਸੀ, ਜੀ ਕਹਿ ਦਿਓ ਕ੍ਰਿਸ਼ਨ ਮੁਰਾਰੀ, ਕ੍ਰਿਸ਼ਨ ਮੁਰਾਰੀ ਨੂੰ ਕਹਿ ਦਿਓ ਕ੍ਰਿਸ਼ਨ। ਤੇਰਾ ਮਿੱਤਰ ਸੁਦਾਮਾ, ਤੇਰਾ ਮਿੱਤਰ ਸੁਦਾਮਾ ਆਇਆ। ਤੇਰਾ ਮਿੱਤਰ ਸੁਦਾਮਾ ਆਇਆ, ਤੇਰਾ ਮਿੱਤਰ ਸੁਦਾਮਾ ਆਇਆ। ਤੇਰਾ ਮਿੱਤਰ ਸੁਦਾਮਾ, ਤੇਰਾ ਮਿੱਤਰ ਸੁਦਾਮਾ ਆਇਆ। ਭਗਵਾਨ ਕ੍ਰਿਸ਼ਨ ਨੂੰ ਜਾ ਕੇ ਮੇਰਾ ਸੁਨੇਹਾ ਤਾਂ ਦੇ ਦਿਓ ਤੁਸੀਂ। ਇਹ ਰੌਲਾ ਪੈਣ ਲੱਗ ਪਿਆ, ਅੰਦਰੋਂ ਆਵਾਜ਼ ਆਈ, ਪੁੱਛਦੇ ਐ ਕੌਣ ਹੈ? ਤੇ ਦੋ ਪਹਿਰੇਦਾਰ ਅੰਦਰ ਗਏ, ਜਾ ਕੇ ਨਮਸਕਾਰ ਕੀਤੀ, ਪੁੱਛਦੇ ਕਹਿੰਦੇ ਰੌਲਾ ਕਾਹਦਾ ਬਾਹਰ ਪਾਇਆ ਹੋਇਆ ਹੈ? ਕਹਿੰਦੇ ਮਹਾਰਾਜ ਇੱਕ ਨਾ ਕਾਫੀ ਗਰੀਬ ਜੀ ਹਾਲਤ ਦਾ ਇੱਕ ਬ੍ਰਾਹਮਣ ਆਇਆ ਹੈ। ਕਹਿੰਦੇ ਕੀ ਮੰਗਦਾ ਹੈ? ਕਹਿੰਦੇ ਮੰਗਦਾ ਕੁਛ ਨਹੀਂ, ਬਸ ਇਹ ਗੱਲ ਕਹਿੰਦਾ ਕਿ ਮੈਨੂੰ ਭਗਵਾਨ ਨੂੰ ਮਿਲਾ ਦਿਓ। ਕਹਿੰਦੇ ਜੇ ਮੰਗਦਾ ਨਿਗਾ ਫਿਰ ਮਿਲ ਕੇ ਕੀ ਲੈਣਾ ਹੈ? ਕਹਿੰਦੇ ਦੱਸਦਾ ਕੁਛ ਨਹੀਂ। ਅੱਛਾ ਆਪਣਾ ਨਾਮ ਕੀ ਦੱਸਦਾ ਹੈ? ਕੀ ਕਹਿੰਦਾ ਮੈਂ ਕੌਣ ਹੈ, ਕਿੱਥੋਂ ਆਇਆ ਹੈ? ਕਹਿੰਦੇ ਮਹਾਰਾਜ ਉਹ ਕਹਿੰਦਾ ਮੇਰਾ ਨਾਂ ਸੁਦਾਮਾ ਹੈ, ਤੇ ਭਗਵਾਨ ਕ੍ਰਿਸ਼ਨ ਤੇ ਅਸੀਂ ਇਕੱਠੇ ਆਪਣੇ ਗੁਰੂ ਕੋਲ ਪੜ੍ਹਦੇ ਹੁੰਦੇ ਸੀ, ਜਾ ਕੇ ਮੇਰਾ ਸੁਨੇਹਾ ਦੇ ਦਿਓ ਵੀ ਤੁਹਾਡਾ ਮਿੱਤਰ ਸੁਦਾਮਾ ਤੁਹਾਨੂੰ ਮਿਲਣ ਵਾਸਤੇ ਆਇਆ। ਲੋ ਪ੍ਰੇਮ ਦੀ ਖੇਡ ਕਿਹੋ ਜਿਹੀ ਹੈ। ਜਦੋਂ ਸੁਦਾਮੇ ਦਾ ਨਾਂ ਸੁਣਿਆ ਨਾ ਭਗਵਾਨ ਕ੍ਰਿਸ਼ਨ ਨੇ, ਆਪਣੇ ਤਖਤ ਤੇ ਬੈਠੇ ਸੀ, ਕਹਿੰਦੇ ਸੁਣਿਆ ਸੁਦਾਮਾ ਆਇਆ, ਤੇ ਭਗਵਾਨ ਕ੍ਰਿਸ਼ਨ ਕਹਿੰਦੇ ਇੰਨੇ ਪ੍ਰੇਮ ਦੇ ਵਿੱਚ ਭਿੱਜੇ, ਇੰਨੇ ਪਿਆਰ ਦੇ ਵਿੱਚ ਭਿੱਜੇ, ਪੈਰਾਂ ਵਿੱਚ ਜੋੜਾ ਵੀ ਨਹੀਂ ਪਾਇਆ, ਨੰਗੇ ਪੈਰੀ ਦਰਵਾਜ਼ੇ ਵੱਲ ਨੂੰ ਦੌੜ ਪਏ। ਆਖੋ ਸਤਿਨਾਮ। ਨੰਗੇ ਪੈਰੀ ਭਾਈ ਤੁਰੇ। ਜਦੋਂ ਸੁਣਿਆ ਸੁਦਾਮਾ ਆਇਆ ਨਾ ਜੀ, ਲੋ ਗੱਜ ਕੇ ਪੜਿਓ ਜੀ, ਹਰ ਜੀ ਛੱਡ ਕੇ ਸਿੰਘਾਸਣ ਆਏ, ਮਿਲਣਾ ਸੁਦਾਮੇ ਨੂੰ
प्यारे जी मिलन सुदामे वाह 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 मिलन सुदामे हर जी छड़ के सिंहासन हर जी छड़ के सिंहासन आए हर जी छड़ के ਛੱਡ ਸਿੰਘਾਸਣ ਹਰ ਜੀ ਆਏ ਭੱਜੇ ਆਏ ਤੇ ਮਹਾਂਪੁਰਸ਼ਾਂ ਨੇ ਸੁਣਾਉਣਾ ਕਹਿੰਦੇ ਆ ਕੇ ਸਭ ਤੋਂ ਪਹਿਲਾਂ ਸੁਦਾਮੇ ਦੀਆਂ ਪ੍ਰਕਰਮਾਂ ਕੀਤੀਆਂ ਅਸੀਂ ਇਕੱਠੇ ਪੜ੍ਹੇ ਆ ਪ੍ਰਕਰਮਾਂ ਕਰਨ ਤੋਂ ਬਾਅਦ ਵਿੱਚ ਟੇਕਿਆ ਮੱਥਾ ਪਹਿਰੇਦਾਰ ਖੜੇ ਵੀ ਦੇਖਦੇ ਐ ਰਾਣੀਆਂ ਖੜੀਆਂ ਵੀ ਦੇਖਦੀਆਂ ਨੇ ਅਹਿਲਕਾਰ ਖੜੇ ਵੀ ਦੇਖਦੇ ਵੀ ਬਣ ਕੀ ਗਿਆ ਇਹ ਉਹ ਦਵਾਰਕਾ ਦੇ ਰਾਜੇ ਇਹ ਗਰੀਬ ਜਿਹਾ ਬ੍ਰਾਹਮਣ ਜਾਣਦਾ ਕੋਈ ਨਹੀਂ ਸੀ ਨਮਸਕਾਰ ਕੀਤੀ ਕਹਿੰਦੇ ਆਪਣੇ ਤਖਤ ਤੇ ਲਿਜਾ ਕੇ ਬਿਠਾ ਦਿੱਤਾ ਭਗਵਾਨ ਕ੍ਰਿਸ਼ਨ ਨੇ ਤਖਤ ਤੇ ਬਿਠਾ ਕੇ ਆਪਣੇ ਅਹਿਲਕਾਰਾਂ ਨੂੰ ਕਹਿ ਕੇ ਨਾ ਕਹਿੰਦੇ ਮਹਾਰਾਜ ਨੇ ਇੱਕ ਬਰਤਨ ਮੰਗਵਾਇਆ ਭਗਵਾਨ ਕ੍ਰਿਸ਼ਨ ਜੀ ਨੇ ਇੰਨਾ ਪ੍ਰੇਮ ਕੀਤਾ ਇੰਨਾ ਪਿਆਰ ਕੀਤਾ ਕੋਈ ਬਣ ਕੇ ਤਾਂ ਵੇਖੇ ਬਰਤਨ ਲਿਆਂਦਾ ਇੱਕ ਭਾਂਡੇ ਵਿੱਚ ਪਾਣੀ ਲਿਆਂਦਾ ਤੇ ਭਗਤ ਸੁਦਾਮੇ ਨੂੰ ਆਪਣੇ ਤਖਤ ਤੇ ਬਿਠਾ ਕੇ ਆਪ ਥੱਲੇ ਬੈਠੇ ਤੇ ਭਗਤ ਸੁਦਾਮੇ ਦੇ ਨਾ ਪੈਰ ਉਹ ਬਰਤਨ ਵਿੱਚ ਰਖਾਏ ਬਰਤਨ ਵਿੱਚ ਰਖਾ ਕੇ ਭਗਵਾਨ ਕ੍ਰਿਸ਼ਨ ਦੇ ਘਰੋਂ ਮਾਤਾ ਜੀ ਉਹ ਜਲ ਪਾਉਂਦੇ ਆ ਤੇ ਭਗਵਾਨ ਜੀ ਬੈਠੇ ਭਗਤ ਸੁਦਾਮੇ ਦੇ ਚਰਨ ਸਾਫ਼ ਕਰਦੇ ਜਲ ਦੇ ਨਾਲ ਅੱਛਾ ਇਦੋਂ ਹੈਰਾਨੀ ਦੀ ਗੱਲ ਹੋਰ ਕੀ ਹੋਈ ਸਿਰਾ ਲੱਗ ਗਿਆ ਜਦੋਂ ਚਰਨ ਸਾਫ਼ ਕੀਤੇ ਮੱਥਾ ਟੇਕਿਆ ਮੰਨ ਲਿਆ ਪ੍ਰਕਰਮਾਂ ਕੀਤੀਆਂ ਮੰਨ ਲਈਆਂ ਚਰਨ ਧੋ ਦਿੱਤੇ ਮੰਨ ਲਿਆ ਤੁਹਾਡਾ ਮਿੱਤਰ ਹੈ ਜਦੋਂ ਚਰਨ ਧੋ ਲੈ ਨਾ ਤੇ ਆਪਣੀ ਰਾਣੀ ਨੂੰ ਭਗਵਾਨ ਕ੍ਰਿਸ਼ਨ ਜੀ ਕਹਿੰਦੇ ਨੇ ਕਹਿੰਦੇ ਹੁਣੇ ਚਰਨਾਮ੍ਰਿਤ ਛਕੋ ਆਖੋ ਸਤਿਨਾਮ ਆਪ ਵੀ ਪੀਤਾ ਤੇ ਆਪਣੇ ਨਾਲ ਆਪਣੀਆਂ ਰਾਣੀਆਂ ਨੂੰ ਵੀ ਪਿਆਇਆ ਤੇ ਭਗਤ ਸੁਦਾਮਾ ਦੀ ਅੱਖਾਂ ਦੇ ਵਿੱਚੋਂ ਪਾਣੀ ਵਗ ਜਾਂਦਾ ਕਹਿ ਕੁਛ ਨਹੀਂ ਸਕੇ ਸੰਖੇਪ ਦੀ ਬੇਨਤੀ ਕਰਾਂ ਮੈਂ ਆਪਣੀ ਸਾਖੀ ਆਪਾਂ ਸਮਾਪਤੀ ਕਰਕੇ ਜਿਹੜੀ ਚੱਲਦੀ ਸੀ ਕਹਿੰਦੇ ਭਗਤ ਸੁਦਾਮਾ ਜੀ ਬੜਾ ਸਮਾਂ ਰਹੇ ਉੱਥੇ ਜਦੋਂ ਨਾ ਚਰਨ ਸਾਫ਼ ਸੱਚ ਕਰ ਹਟੇ ਤੇ ਭਗਵਾਨ ਕ੍ਰਿਸ਼ਨ ਨੇ ਨਾ ਬੜੇ ਪ੍ਰੇਮ ਨਾਲ ਬੜੇ ਮਜ਼ਾਕ ਦੇ ਲਹਿਜੇ 'ਚ ਪੁੱਛਦੇ ਆ ਸੁਦਾਮੇ ਭਗਤ ਨੂੰ ਕਹਿੰਦੇ ਸੁਦਾਮਿਆ ਉਹ ਸਾਡੀ ਭਾਬੀ ਨੇ ਸਾਡੇ ਵਾਸਤੇ ਖਾਣ ਨੂੰ ਕੁਝ ਭੇਜਿਆ ਨਹੀਂ ਅੱਛਾ ਲਕੋ ਲਿਆ ਫਿਰ ਉਹ ਆਦਤ ਜਾਂਦੀ ਨਹੀਂ ਹੈ ਉਹ ਲਕੋ ਲੈ ਲਕੋ ਕਾਹਤੋਂ ਹੁੰਦਾ ਪਹਿਲਾਂ ਕਿਉਂ ਲਕੋਏ ਲਾਲਚ ਆ ਗਿਆ ਮਨ ਵਿੱਚ ਵੀ ਕਿਤੇ ਦੇਣੇ ਨਾ ਪੈ ਜਾਣ ਹੁਣ ਕਿਉਂ ਲਕੋ ਰਹੇ ਐ ਵੀ ਇਹ 36 ਪ੍ਰਕਾਰ ਦੇ ਪਦਾਰਥ ਖਾਣ ਵਾਲੇ ਸੋਨੇ ਚਾਂਦੀ ਦੇ ਭਾਂਡਿਆਂ 'ਚ ਖਾਂਦੇ ਐ ਤੇ ਮੇਰੇ ਲੜਨਾ ਬੱਜੇ ਹੋਏ ਸੱਤੂ ਕਿੱਥੇ ਪ੍ਰਵਾਨ ਹੋਣਗੇ ਇਹਨਾਂ ਦੇ ਮੇਰਾ ਤੇ ਇੱਥੇ ਮਜ਼ਾਕ ਉੱਡੇਗਾ ਸਾਰੇ ਦੇਖ ਕੇ ਹੱਸਣਗੇ ਮੇਰੇ ਵੱਲ ਵੀ ਆਹ ਕੀ ਲੈ ਕੇ ਆਇਆ ਭਗਵਾਨ ਵਾਸਤੇ ਭੇਟ ਇਹ ਪਰ ਯਾਦ ਰੱਖਿਓ ਗੋਬਿੰਦ ਭਾਉ ਭਗਤ ਦਾ ਭੁੱਖਾ ਤੁਹਾਡੇ ਲੰਗਰਾਂ ਦੀਆਂ ਤੁਹਾਡੇ ਭੰਡਾਰਿਆਂ ਦੀਆਂ ਪ੍ਰਮਾਤਮਾ ਨੂੰ ਲੋੜ ਨਹੀਂ ਲੋੜਾਂ ਨਹੀਂ ਹੈ ਇਹ ਨਹੀਂ ਚਾਹੁੰਦਾ ਉਹ ਤੁਹਾਡੇ ਰੇਸ਼ਮ ਦੇ ਰੁਮਾਲੇ ਨਹੀਂ ਚਾਹੁੰਦਾ ਤੁਹਾਡੀਆਂ ਦੇਗਾਂ ਨਹੀਂ ਚਾਹੁੰਦਾ ਉਹ ਤੁਹਾਡਾ ਪਿਆਰ ਮੰਗਦਾ ਹੋਰ ਕੁਝ ਨਹੀਂ ਚਾਹੀਦਾ ਸਿਰਫ ਤੁਹਾਡਾ ਪਿਆਰ ਚਾਹੀਦਾ ਹੈ ਪਹਿਲਾਂ ਲਾਲਚ ਦੇ ਵਿੱਚ ਆ ਕੇ ਕੰਮ ਕੀਤਾ ਮੈਨੂੰ ਸਾਖੀ ਪਹਿਲਾਂ ਭੁੱਲ ਗਈ ਟਕਾ ਹੁਣ ਬਣਿਆ ਅਸਲ ਵਿੱਚ ਆਨੰਦ ਹੁਣ ਆਉਣ ਲੱਗਾ ਸੱਚੀ ਗੱਲ ਹੈ ਪਹਿਲਾਂ ਨਹੀਂ ਆਇਆ ਹੁਣ ਆਉਂਦਾ ਹੁਣ ਹੋਰ ਆਏਗਾ ਸੁਣਿਓ
ਮਾਰੇ ਕੋ ਮਾਫ ਮਾਰੇ, ਮੈਂ ਮਾਫੀ ਮੰਗਦਾ। ਮੈਨੂੰ ਉਦੋਂ ਕਹਿੰਦੇ, ਮੈਨੂੰ ਬੜੀ ਸੋਹਣੀ ਲੱਗੀ ਗੱਲ, ਮੈਨੂੰ ਕਹਿੰਦੇ ਆਪਾਂ ਬੇਟੈਮਿਆਂ ਦੇ ਚੇਲੇ ਆ। ਆਖੋ ਸਾਧ ਕਹਿੰਦੇ ਸੰਤ ਜੀ ਮਾਰੇ ਸੋੜਾ ਸਾਹਿਬ ਵਾਲੇ ਵੀ ਉਹ ਵੀ ਇਦਾਂ ਹੀ ਕਹਿੰਦੇ, ਕਈ ਵਾਰੀ ਬਚਨ ਕਰਨਾ ਵੀ ਅੱਜ ਇੰਨੇ ਵਜੇ ਦੀਵਾਨ ਤੇ ਪਹੁੰਚ ਜਾਣਾ, ਤਾਂ ਵੀ ਥੋੜਾ ਬਹੁਤ ਅੱਗਾ ਪਿੱਛਾ ਹੋ ਜਾਂਦਾ ਸੀ। ਸਮਾਪਤੀ ਵੀ ਉਹਦੀ ਮੌਜ ਨਾਲ ਹੀ ਕਰਨੀ। ਅੱਛਾ, ਉਹ ਗੱਲ ਸੁਣ ਕੇ ਬੜਾ ਸੀਨਾ ਚੌੜਾ ਹੋਇਆ ਵੀ ਸਾਨੂੰ ਚੇਲੇ ਬਣਾਇਆ ਕਿਹਨਾਂ ਦੇ। ਆਖੋ ਸਤਿਨਾਮ, ਜਿਨ੍ਹਾਂ ਦੇ ਮੱਥੇ ਵੀ ਨਹੀਂ ਕਦੇ ਲੱਗੇ। ਪ੍ਰੇਮ ਜ਼ਰੂਰ ਸੀ ਮਾਰੇ ਸੋੜਾ ਸਾਹਿਬ ਵਾਲਿਆਂ ਦਾ, ਮੱਥੇ ਨਹੀਂ ਕਦੇ ਲੱਗੇ। ਕੈਸਟਾਂ, ਸਭ ਤੋਂ ਪਹਿਲੀ ਕੈਸਟ ਮਹਾਰਾਜ ਦੀ ਮੈਂ ਕ੍ਰਿਸ਼ਨ ਸੁਦਾਮੇ ਦੀ ਸੁਣੀ ਸੀ। ਆਖੋ ਸਤਿਨਾਮ, ਸਭ ਤੋਂ ਪਹਿਲੀ। ਛੋਟੀ ਜੀ ਮੇਰੀ ਉਮਰ ਤੇ ਮਹਾਰਾਜ ਨੇ ਧਾਰਨਾ ਚਾਹ ਪੜੀਆਂ ਸੀ, ਉੱਥੋਂ ਪਿਆਰ ਪਿਆ ਮੇਰਾ ਮਹਾਰਾਜ ਨਾਲ, ਸੋੜਾ ਸਾਹਿਬ ਵਾਲਿਆਂ ਨਾਲ। ਸਾਡੇ ਉੱਥੇ ਮਹਿਤਪੁਰ ਜਾਂਦੇ ਹੁੰਦੇ ਸੀ ਮਹਾਰਾਜ ਸ਼ੂਗਰ ਮਿਲ ਦੀਵਾਨ ਲਾਉਣ ਵਾਸਤੇ, ਤੇ ਮੇਰੇ ਬਾਪੂ ਜੀ ਉੱਥੇ ਕੰਮ ਕਰਦੇ ਸੀ, ਉਹ ਕੈਸਟ ਲੈ ਕੇ ਆਏ ਸੀ। ਇੱਕ ਮਹਾਰਾਜ ਧਾਰਨਾ ਮੈਨੂੰ ਬੜੀ ਪਸੰਦ ਆਈ। ਮਹਾਰਾਜ ਅਖੀਰ ਤੇ ਪੜ੍ਹਦੇ ਸੀ, ਭਾਗ ਲੱਗ ਕੇ ਨਮਾਣੀ ਛੰਨ ਮੇਰੀ ਨੂੰ ਆਸਾਂ ਸਭੇ ਹੋਈਆਂ ਪੂਰੀਆਂ। ਉਹ ਧਾਰਨਾ ਅੱਜ ਵੀ ਮੇਰੇ ਕੰਨਾਂ 'ਚ ਗੂੰਜਦੀ ਹੈ। ਉਹ ਕੈਸਟ ਸਾਡੀ ਗਵਾਚ ਗਈ, ਮੁੜ ਕੇ ਲੱਭੀ ਨਹੀਂ ਮੈਨੂੰ, ਪਰ ਉਹ ਬੋਲ ਅੱਜ ਵੀ ਗੂੰਜਦੀ। ਜਦੋਂ ਮਹਾਰਾਜ ਨੇ ਆਖਿਆ ਨਾ, ਕਹਿੰਦੇ ਆਪਾਂ ਬੇਟੈਮਿਆਂ ਦੇ ਚੇਲੇ, ਮੈਂ ਕਹਿੰਦਾ ਹੁਣ ਪੂਰੀ ਪੈ ਗਈ। ਵੇਲੇ ਭਾਵੇਂ ਨਹੀਂ ਵੇਲੇ, ਪਰ ਹੁਣ ਗੰਢ ਪੈ ਗਈ, ਵਿਚੋਲਾ ਮਿਲ ਗਿਆ ਜਿਹਨੇ ਕਹਿਤਾ ਵੀ ਬੇਟੈਮਿਆਂ ਦੇ ਚੇਲੇ ਆ। ਹੈਗੇ ਤਾਂ ਹੈ ਨਾ। ਚਲੋ ਗੱਲ ਚੱਲਦੀ ਸੀ ਲਾਲਚ ਦੀ ਜੀ, ਵੀ ਭਗਤ ਸੁਦਾਮਾ ਜੀ ਨੇ ਲਾਲਚ ਵਿੱਚ ਆ ਕੇ, ਲੋਭ ਦੇ ਵਿੱਚ ਆ ਕੇ ਨਾ, ਉਹ ਦਾਣੇ ਜਿਹੜੇ ਛੋਲਿਆਂ ਦੇ ਭੁੱਜੇ ਹੋਏ ਦਾਣੇ ਸੀ, ਉਹ ਛਕਾਏ ਨਹੀਂ ਭਗਵਾਨ ਕ੍ਰਿਸ਼ਨ ਨੂੰ। ਲਾਲਚ ਬੜੀ ਬਲਾ ਹੈ ਜੀ। ਕੋਈ ਮੇਰੇ ਵਰਗਾ ਬਾਜ਼ਾਰ ਦੇ ਵਿੱਚ ਨਾ ਜੀ ਗਿਆ ਨਾਰੀਅਲ ਖਰੀਦਣ ਵਾਸਤੇ, ਤੇ ਬਾਜ਼ਾਰ ਵਾਲੇ ਨੂੰ ਜਾ ਕੇ ਪੁੱਛਦਾ, ਲਾਲਚ ਬੰਦੇ ਕੋ ਕੀ ਕਰਾਉਂਦਾ ਹੈ? ਕਹਿੰਦਾ ਹੈ ਵੀ ਨਾਰੀਅਲ ਕਿੰਨੇ ਦਾ ਹੈ? ਕਹਿੰਦਾ ਜੀ 1 ਰੁਪਈਏ ਦਾ। 16 ਆਨਿਆਂ ਦਾ। ਆਨਿਆਂ ਦਾ ਹੁਣ ਬਹੁਤਿਆਂ ਨੂੰ ਨਹੀਂ ਪਤਾ ਹੈ। 16 ਆਨਿਆਂ ਦਾ ਇੱਕ ਨਾਰੀਅਲ। ਥੋੜਾ ਸੁਭਾਅ ਲੋਭੀ ਸੀ, ਕਹਿੰਦਾ 16 ਆਨੇ ਜ਼ਿਆਦੇ, 8 ਦਾ ਨਹੀਂ ਮਿਲ ਸਕਦਾ? ਕਹਿੰਦੇ 8 ਦਾ ਵੀ ਮਿਲ ਜਾਏਗਾ, ਪਰ ਤੈਨੂੰ ਇਹਦੇ ਬਾਬਤ ਮੰਡੀ ਜਾਣਾ ਪਏਗਾ, ਮੰਡੀ ਚੋਂ ਮਿਲ ਜਾਏਗਾ। ਚਲੋ ਕਹਿੰਦਾ 8 ਆਨੇ ਵੱਜ ਜਾਣਗੇ। ਮੰਡੀ ਚਲਿਆ ਗਿਆ। ਮੰਡੀ ਵਿੱਚ ਜਾ ਕੇ ਪੁੱਛਦਾ, ਕਹਿੰਦਾ ਨਾਰੀਅਲ ਕਿੰਨੇ ਦਾ? ਕਹਿੰਦੇ ਜੀ 8 ਆਨਿਆਂ ਦਾ। ਹੋਰ ਮਨ ਵਿੱਚ ਲਾਲਚ ਆ ਗਿਆ, ਕਹਿੰਦਾ 4 ਆਨਿਆਂ ਦਾ ਨਹੀਂ ਹੈਗਾ ਕੋਈ? ਕਹਿੰਦੇ 4 ਵਾਲਾ ਵੀ ਮਿਲ ਜਾਏਗਾ, ਤੈਨੂੰ ਬਾਗ ਵਿੱਚ ਜਾਣਾ ਪਏਗਾ, ਬਾਗ ਜਿੱਥੋਂ ਅਸੀਂ ਤੋੜ ਕੇ ਲਿਆਉਣੇ। ਲਾਲਚ ਬੰਦੇ ਕੋ ਕੀ ਕਰਾਉਂਦਾ ਹੈ? ਲੋਭੀ ਕਾਵੇ ਸਾਹੋ ਨਾ ਕੀਜੈ, ਜੇ ਕਾ ਪਾਰ ਵਸਾਏ, ਅੰਤ ਕਾਲ ਤਿੱਥੈ ਤੋ ਹੈ ਜਿੱਥੇ ਹੱਥ ਨਾ ਪਾਏ। ਲੋਭੀ ਬੰਦੇ ਦਾ ਕਦੇ ਵਸਾਹ ਨਹੀਂ ਕਰਨਾ ਚਾਹੀਦਾ ਹੈ, ਪਤਾ ਨਹੀਂ ਕਦੋਂ ਡੰਗ ਮਾਰੇਗਾ। ਸੰਖੇਪ ਦੀ ਬੇਨਤੀ ਮੈਂ ਕਰਾਂ, ਇਹ ਬਾਗ ਵਿੱਚ ਪਹੁੰਚ ਗਿਆ। ਜਦੋਂ ਬਾਗ ਵਿੱਚ ਗਿਆ ਨਾ ਜੀ, ਜਾ ਕੇ ਬਾਗ ਦੇ ਮਾਲੀ ਨੂੰ ਪੁੱਛਦਾ, ਕਹਿੰਦਾ ਨਾਰੀਅਲ ਲੈ ਕੇ ਜਾਣਾ ਹੈ, ਕਿੰਨੇ ਦਾ? ਕਹਿੰਦਾ 4 ਆਨਿਆਂ ਦਾ। ਕਹਿੰਦਾ 1 ਅੰਨ ਦਾ ਨਹੀਂ ਲਾ ਸਕਦਾ? ਆਖੋ ਸਤਿਨਾਮ। ਉਹ ਮੋਰਿਓਂ ਉਹਦਾ ਵੀ ਸਿਰਾ ਸੀ। ਕਹਿੰਦਾ ਤੂੰ 1 ਆਨਾ ਵੀ ਨਾ ਦੇਈ, ਫਰੀ ਲੈ ਜਾਈ, ਪਰ ਤੋੜਨਾ ਆਪ ਪਊ। ਕਹਿੰਦਾ ਗੱਲ ਹੀ ਕੋਈ ਨਹੀਂ, ਕਿੱਡਾ ਕੰਮ ਹੈ ਕਿਤੇ ਨਾਰੀਅਲ ਤੋੜਨਾ। ਲਿਆ ਕਿੱਥੋਂ ਤੋੜਨਾ ਹੈ? ਉਹਦੇ ਨਾਲ ਜੀ ਬਾਗ ਦੇ ਵਿਚਾਲੇ ਖੂਹ ਲੱਗਾ ਸੀ, ਬਹੁਤ ਤਕੜਾ। ਅੱਛਾ, ਉਹ ਨਾਰੀਅਲ ਲਮਕਦਾ ਸੀ ਖੂਹ ਦੇ ਸੈਂਟਰ ਦੇ ਵਿੱਚ। ਮਾਲੀ ਨੇ ਸੋਚਿਆ ਵੀ ਮੇਰੇ ਕੋਲ ਟੁੱਟਣਾ ਨਹੀਂ, ਜੇ ਤੋੜ ਲਵੇ ਇਹਦੇ ਭਾਗਾਂ ਦਾ, ਨਾ ਟੁੱਟਾ ਖਰਾਬ ਤਾਂ ਹੋਣਾ ਹੀ ਆ, ਤੇ ਫ੍ਰੀ ਦੇ ਦਿੰਦੇ, ਲੈ ਜਾਵੇ ਕੋਈ ਗੱਲ ਨਹੀਂ। ਕਹਿੰਦਾ ਵੀ ਉਹ ਖੂਹ ਦੇ ਸੈਂਟਰ 'ਚ ਲਮਕਦਾ, ਉਹ ਤੋੜ ਲਾ, ਫ੍ਰੀ ਲੈ ਜਾਈ। ਹੁਣ ਇਹ ਸੀ ਲੋਭ ਥੋੜਾ ਸੁਭਾਅ ਦਾ। 16 ਤੋਂ 8, 8 ਤੋਂ 4, 4 ਤੋਂ 1 ਤੇ 1 ਤੋਂ ਫ੍ਰੀ ਦਾ ਮਿਲਦਾ, ਹੁਣ ਹੋਰ ਚਾਹੀਦਾ ਕੀ ਹੈ? ਕਹਿੰਦਾ ਕੋਈ ਨਹੀਂ ਮੈਂ ਤੋੜ ਲੂੰ, ਪਰ ਇਹ ਗੱਲ ਪੱਕੀ ਕਰ ਲਾ, ਮੈਂ ਰੁਪਈਆ ਦੇਣਾ ਨਹੀਂ, 1 ਆਨਾ ਮੈਂ ਦੇਣਾ ਨਹੀਂ। ਕਹਿੰਦੇ ਨਾ ਦੀ, ਫ੍ਰੀ ਲੈ ਜਾਈ। ਅੱਛਾ ਜੀ, ਇਹ ਭੱਜਾ ਪਿੱਛੋਂ ਆਇਆ ਵੀ ਭੱਜ ਕੇ ਆਵਾਂਗੇ, ਖੂਹ ਦੇ ਉੱਪਰੋਂ ਦੀ ਛਾਲ ਮਾਰਾਂਗੇ, ਨਾਰੀਅਲ ਫੜਾਂਗੇ, ਨਾਰੀਅਲ ਟੁੱਟ ਜਾਣਾ ਤਾਂ ਆਪਾਂ ਅਗਲੇ ਬੰਨੇ। ਜਦੋਂ ਭੱਜ ਕੇ ਪਿੱਛੋਂ ਆਇਆ, ਤੁਹਾਨੂੰ ਪਤਾ ਜਿਹੜਾ ਨਾਰੀਅਲ ਹੁੰਦਾ ਨਾ ਜੀ, ਇਹਦੀ ਟਾਹਣੀ ਬਹੁਤ ਸਖਤ ਹੁੰਦੀ ਹੈ, ਇਹ ਵੱਢਣੀ ਪੈਂਦੀ, ਟੁੱਟਦੀ ਨਹੀਂ ਹੈ। ਲਾਲਚ ਵਿੱਚ ਆ ਕੇ ਭੱਜਾ ਆਇਆ, ਪਿੱਛੋਂ ਮਾਰੀ ਛਾਲ, ਖੂਹ ਦੇ ਉੱਪਰ ਦੀ ਨਾਰੀਅਲ ਨੂੰ ਪਾਇਆ, ਹੱਥੋਂ ਟੁੱਟਿਆ ਜੀ, ਖੂਹ ਦੇ ਵਿਚਾਲੇ ਲੰਮਕ ਗਿਆ। ਅੱਛਾ ਚਲੋ, ਜਦੋਂ ਲੰਮਕ ਗਿਆ ਖੂਹ ਦੇ ਵਿਚਾਲੇ, ਤੇ ਮਾਲੀ ਛੱਡ ਕੇ ਬਾਗ ਦੌੜ ਗਿਆ ਵੀ ਹੁਣ ਇਹਨੇ ਮਰ ਜਾਣਾ, ਮੇਰੇ ਗਲ ਪੈ ਜਾਓ। ਚੀਕਾਂ ਮਾਰੇ ਲੜ ਗਿਆ ਖੂਹ ਦੇ ਵਿਚਾਲੇ। ਜਦੋਂ ਚੀਕਾਂ ਸੁਣੀਆਂ ਕਿਸੇ ਰਾਹ ਜਾਂਦੇ ਘੋੜ ਸਵਾਰ ਨੇ, ਉਹ ਸੋਚਦਾ ਵੀ ਕਿ ਕੋਈ ਬੰਦਾ ਮੁਸੀਬਤ ਵਿੱਚ ਲੱਗਦਾ ਹੈ। ਬਾਗ ਦੇ ਵਿੱਚ ਗਿਆ, ਜਾ ਕੇ ਵੇਖਿਆ, ਉਹਨੂੰ ਪੁੱਛਦਾ, ਕਹਿੰਦਾ ਤੂੰ ਇੱਥੇ ਕਿੱਦਾਂ ਲੰਘ ਗਿਆ? ਕਹਿੰਦਾ ਮੈਂ ਫੇਰ ਦੱਸੂ, ਪਹਿਲਾਂ ਮੇਰੀ ਜਾਨ ਛੁਡਾ, ਇੱਥੋਂ ਕੱਢ ਮੈਨੂੰ। ਕਹਿੰਦਾ ਅੱਛਾ, ਉਹ ਉਦੋਂ ਵੱਡਾ ਲਾਲਚੀ ਜਿਹੜਾ ਬਚਾਉਣ ਆਇਆ। ਕਹਿੰਦਾ ਬਚਾ ਤਾਂ ਲੂੰ, ਪਹਿਲਾਂ ਦੱਸ ਮੈਨੂੰ ਕੀ ਦੇਂਗਾ? ਆਖੋ ਸਤਿਨਾਮ। ਬਚਾ ਮੈਂ ਲਊਂ, ਪਰ ਮੈਨੂੰ ਕੀ ਦੇਂਗਾ? ਅੱਛਾ, ਹੁਣ ਜਦੋਂ ਮਰਦਾ ਕੀ ਨਹੀਂ ਕਰਦਾ? ਕਹਿੰਦਾ 1 ਵਾਰੀ ਬਚਾ ਲਾ, ਮੇਰੇ ਲੱਕ ਨੂੰ 100 ਰੁਪਇਆ ਵੱਜਾ, 100 ਦਾ 100 ਤੇਰਾ। ਆਖੋ ਸਤਿਨਾਮ। ਲਾਲਚ ਬੰਦੇ ਕੋਈ ਕੀ ਕਰਾਉਂਦਾ?
ਕਹਿੰਦਾ 100 ਕਿੱਥੇ 1 ਰੁਪਈਆ ਨਾ ਦੇਵੇ ਕਿੱਥੇ, ਕਹਿੰਦਾ 100 ਦਾ 100 ਤੇਰਾ। ਅੱਛਾ ਚਲੋ ਉਹਨੇ ਸੋਚਿਆ ਘੋੜੇ ਵਾਲੇ ਨੇ ਵੀ ਹੁਣ 100 ਰੁਪਈਆ ਮਿਲਦਾ, ਕੋਈ ਵੱਡਾ ਹਰਜ ਨਹੀਂ ਇਹਨੂੰ ਬਚਾਉਣ ਦੇ ਵਿੱਚ। ਕਹਿੰਦਾ ਏਦਾਂ ਕਰੀ, ਮੈਂ ਪਿੱਛੇ ਘੋੜਾ ਭਜਾ ਕੇ ਲੈ ਕੇ ਆਉਂ, ਘੋੜੇ ਦੀ ਛਾਲ ਮਰਵਾਉਂਗਾ ਖੂਹ ਦੇ ਉੱਪਰ ਦੀ, ਤੇਰੇ ਲੱਕ ਨੂੰ ਪਾਉਂ ਮੈਂ ਜੱਫਾ, ਪਰ ਨਾਰੀਅਲ ਛੱਡ ਦੀ, ਇਹ ਨਾ ਫੜੀ ਰੱਖੀ। ਕਹਿੰਦਾ ਮੈਨੂੰ ਮਨਜ਼ੂਰ ਹੈ। ਅੱਛਾ ਜੀ, ਉਹ ਪਿੱਛੋਂ ਭਜਾ ਕੇ ਲਿਆਇਆ ਘੋੜਾ, ਘੋੜੇ ਦੀ ਮਰਵਾਈ ਖੂਹ ਉੱਪਰ ਦੀ ਛਾਲ, ਉਹ ਲੱਕ ਨੂੰ ਪਾ ਲਿਆ ਜੱਫਾ। ਹੁਣ ਇਹਦੇ ਮਨ ਵਿੱਚ ਇਹ ਆ ਗਿਆ ਵੀ ਘੋੜਾ ਤਾਂ ਆਉਣਾ ਹੀ ਆ, ਨਾਰੀਅਲ ਕਾਹਤੋਂ ਛੱਡੀਏ। ਆਖੋ ਸਤਿਨਾਮ। ਵੀ ਲੜ ਕੇ ਵੀ ਇੰਨਾ ਸਮਾਂ ਖੂਹ ਦੇ ਵਿੱਚ ਪੰਗਾ ਵੀ ਲਿਆ, ਜੇ ਨਾਰੀਅਲ ਨਾ ਮਿਲਿਆ ਫਿਰ ਫਾਇਦਾ ਕੀ ਹੋਇਆ, ਵੀ ਘੋੜਾ ਤਾਂ ਆਉਣਾ ਹੀ ਆਉਣਾ ਹੈ, ਹੁਣ ਵੀ ਹੋਵੇ ਨਾ ਤਾਂ ਨਾਰੀਅਲ ਵੀ ਨਾਲ ਹੀ ਲੈ ਕੇ ਚੱਲ ਗਏ। ਉਹਨੇ ਇਹਨਾਂ ਦੀ ਘੋੜਾ ਭਜਵਾ ਕੇ ਛਾਲ ਮਾਰੀ, ਫਟਾਫਟ ਉਹਦੇ ਉੱਪਰ ਦੀ ਖੂਹ ਦੇ ਉੱਪਰ ਦੀ ਛਾਲ ਮਾਰੀ, ਲੱਕ ਨੂੰ ਪਾਇਆ ਜੱਫਾ, ਉਹਨੇ ਨਾਰੀਅਲ ਨਾ ਛੱਡਿਆ ਤੇ ਘੋੜਾ ਥੱਲਿਓਂ ਨਿਕਲ ਗਿਆ, ਦੋਵੇਂ ਦੇ ਦੋਵੇਂ ਲੰਮਕ ਗਏ ਵਿੱਚ। ਉਹ ਤਾਂ ਨਿਕਲਣਾ ਹੀ ਸੀ ਫਿਰ, ਲੋਭ ਬੰਦੇ ਕੋ ਕੀ ਕਰਵਾਉਂਦਾ ਹੈ। ਅੱਛਾ ਦੋਵੇਂ ਨਿਕਲ ਗਏ, ਉਹ ਘੋੜਾ ਨਿਕਲ ਗਿਆ, ਦੋਵੇਂ ਲੰਮਕ ਗਏ ਖੂਹ ਦੇ ਵਿਚਾਲੇ। ਜਿਹੜਾ ਬਚਾਉਣ ਆਇਆ ਸੀ ਹੁਣ ਉਹ ਪੁੱਛਦਾ, ਕਹਿੰਦਾ ਉਹ ਪਤੰਦਰਾ ਤੂੰ ਤੇ ਮਰਿਆ ਸੀ, ਨਾਲ ਮੈਨੂੰ ਵੀ ਮਰਵਾਇਆ, ਇਹ ਤਾਂ ਦੱਸ ਤੇਰੇ ਕੋਲ 100 ਰੁਪਈਆ ਸੀਗਾ ਵੀ ਕਿ ਐਵੇਂ ਕਰਦਾ ਕੰਮ ਮੇਰਾ ਵੀ। ਹੁਣ ਮਨ ਚ ਸੋਚਿਓ ਵੀ ਇੱਕ ਤਾਂ ਉੱਪਰੋਂ ਨਾਰੀਅਲ ਫੜਿਆ ਤਾਂ ਕਰਕੇ, ਉਹਦੇ ਲੱਕ ਨੂੰ ਥੱਲੇ ਇੱਕ ਲੰਮਕਿਆ ਹੋਇਆ, ਉਹ ਥੱਲੇ ਵਾਲਾ ਨੂੰ ਪੁੱਛਦਾ ਹੈ ਵੀ ਤੇਰੇ ਕੋਲ 100 ਸੀਗਾ ਜਾਂ ਐਵੇਂ ਮਰਵਾਤਾ। ਉਹ ਭਾਗਾਂ ਦੇ ਮਾਰੇ ਨੇ ਉੱਪਰੋਂ ਛੱਡੇ, ਹੱਥ ਛੱਡ ਕੇ ਕਹਿੰਦਾ ਆਹ ਵੇ ਲੱਕ ਨੂੰ ਵੱਜਾ ਹੋਇਆ। ਆਖੋ ਸਤਿਨਾਮ। ਦੋਵੇਂ ਦੇ ਦੋਵੇਂ ਖੂਹ ਦੇ ਵਿੱਚ। ਲੋਭੀ ਕਾ ਵਿਸਾਹੋ ਨਾ ਕੀਜੈ, ਜੇ ਕਾ ਪਾਰ ਵਸਾਏ, ਅੰਤ ਕਾਲ ਤਿੱਥੈ ਤੂੰ ਹੈ ਜਿੱਥੇ ਹੱਥ ਨਾ ਪਾਏ। ਲੋ ਧਾਰਨਾ ਯਾਦ ਆ ਗਈ, ਸੰਤਾਂ ਨੇ ਸਰੂਪਾ ਭਾਵੇਂ ਪਾਤਾ, ਪਰ ਹੁਣ ਆਪਾਂ ਪ੍ਰਵਾਹ ਨਹੀਂ ਮੰਨਦੇ ਜੀ। ਲੋਭੀ ਬੰਦੇ ਦਾ ਵਿਸਾ ਨਾ ਕਦੇ ਕਰੀਏ, ਸਕਾ ਨਹੀਂ ਹੁੰਦਾ ਲੋਭੀ ਕਿਸੇ ਦਾ। ਲੋਭੀ ਬੰਦੇ ਦਾ ਵਿਸਾ ਨਾ ਕਦੇ ਕਰੀਏ, ਸਕਾ ਨਹੀਂ ਹੁੰਦਾ ਲੋਭੀ ਕਿਸੇ ਦਾ। ਲੋਭੀ ਬੰਦੇ ਦਾ ਵਿਸਾ ਨਾ ਕਦੇ ਸਕਾ ਨਹੀਂ ਹੁੰਦਾ। ਲੋਭੀ ਕਾ ਵਿਸਾਹੋ ਨਾ ਕੀਜੈ, ਜੇ ਕਾ ਪਾਰ ਵਸਾਏ। ਲਾਲਚ ਵਿੱਚ ਆ ਕੇ ਪਹਿਲਾਂ ਭਗਵਾਨ ਨੂੰ ਝੂਠ ਬੋਲ ਦਿੱਤਾ, ਕਹਿੰਦਾ ਹੈ ਵੀ ਦੰਦ ਖੜਕਦੇ ਐ। ਤੇ ਦੂਜੀ ਵਾਰੀ ਪੁੱਛਿਆ, ਕਹਿੰਦੇ ਉਹ ਸਾਡੀ ਭਾਬੀ ਨੇ ਸਾਡੇ ਵਾਸਤੇ ਕੁਝ ਭੇਜਿਆ ਨਹੀਂ, ਹੁਣ ਲਗਾਉਣ ਲੱਗ ਪਿਆ। ਜਦੋਂ ਕਿਸਮਤ ਖੁੱਲਦੀ ਹੈ ਬੰਦੇ ਦੀ, ਤੇ ਕਹਿੰਦੇ ਭਗਵਾਨ ਕ੍ਰਿਸ਼ਨ ਨੇ ਨਾ ਬੜੇ ਲਾਡ ਦੇ ਵਿੱਚ, ਬੜੇ ਪਿਆਰ ਦੇ ਵਿੱਚ ਹੱਥੋਂ ਖੋਹ ਲਿਆ ਉਹ ਪਰਨਾ। ਕਹਿੰਦਾ ਉਹ ਗੱਲ, ਭਗਵਾਨ ਕ੍ਰਿਸ਼ਨ ਕਹਿੰਦੇ ਉਹ ਗੱਲ ਸੁਣ, ਪਹਿਲਾਂ ਵੀ ਐਸੇ ਦਾਣਿਆਂ ਪਿੱਛੇ ਮਰਿਆ ਫਿਰਦਾ ਹੈ, ਪਹਿਲਾਂ ਮੈਨੂੰ ਕੋਇਆ ਸੀ, ਹੁਣ ਕਾਹਤੋਂ ਲਕੋਈ ਜਾਂਦਾ ਹੈ। ਉਹ ਗੰਢ ਖੋਲੀ ਪਰਨੇ ਦੀ, ਚੱਕਿਆ ਸਤੂਆਂ ਦਾ ਫੱਕਾ ਹੱਥ ਤੇ ਪਾਇਆ, ਫੱਕਾ ਮਾਰਿਆ ਤੇ ਪਹਿਲਾ ਫੱਕਾ ਮਾਰ ਕੇ ਕਹਿੰਦੇ ਚਾਰੇ ਪਦਾਰਥ ਦਿੱਤੇ। ਆਖੋ ਸਤਿਨਾਮ। ਆਪਾਂ ਸੁਣਿਆ ਸੀ ਨਾ ਪਹਿਲਾਂ ਦੀਵਾਨ ਤੋਂ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ। ਚਾਰ ਪਦਾਰਥ ਕਿਹੜੇ ਆ ਜੀ ਭਲਾ? ਚਾਰ ਪਦਾਰਥਾਂ ਦੀ ਗੱਲ ਤਾਂ ਆਪਾਂ ਸਾਰੇ ਕਰਦੇ ਆਂ, ਧਾਰਨਾ ਅਸੀਂ ਪੜ੍ਹਦੇ ਤੁਸੀਂ ਸੁਣਦੇ ਨਹੀਂ। ਚਾਰ ਪਦਾਰਥ ਕਿਹੜੇ ਆ? ਪਹਿਲਾ ਹੈ ਜੀ ਧਰਮ, ਦੂਜਾ ਹੈ ਜੀ ਅਰਥ, ਤੀਜਾ ਹੈ ਕਾਮ ਤੇ ਚੌਥੀ ਹੈ ਮੁਕਤੀ। ਧਰਮ, ਅਰਥ, ਕਾਮ ਤੇ ਮੋਕਸ਼, ਇਹ ਚਾਰ ਪਦਾਰਥ ਜਿਹਨੂੰ ਚਾਹੀਦੇ ਹੁਣ ਮਹਾਰਾਜ ਕਹਿੰਦੇ ਸਾਧੂ ਸਤਿਪੁਰਸ਼ਾਂ ਦੀ ਸੇਵਾ ਕਰਿਆ ਕਰੋ। ਮਹਾਰਾਜ ਨੇ ਪਹਿਲਾ ਫੱਕਾ ਮਾਰਿਆ, ਕਹਿੰਦੇ ਚਾਰੇ ਪਦਾਰਥ। ਦੂਜਾ ਫੱਕਾ ਮਾਰਿਆ, ਕਹਿੰਦੇ ਲੋਕ ਪਰਲੋਕ ਦੇ ਸੁੱਖ। ਤੀਜਾ ਫੱਕਾ ਮਾਰ ਕੇ ਲੱਗੇ ਵਰਦਾਨ ਦੇਣ, ਤੇ ਕਹਿੰਦੇ ਨੇ ਭਗਵਾਨ ਕ੍ਰਿਸ਼ਨ ਦੇ ਘਰੋਂ ਉਹਨਾਂ ਨੇ ਹੱਥ ਫੜ ਲਿਆ, ਕਹਿੰਦੇ ਮਹਾਰਾਜ ਹੁਣ ਸਾਰਾ ਕੁਝ ਲੰਘਦੇ ਉੱਠ ਕੇ ਦੇ ਦਿਓ। ਹੱਥ ਫੜ ਲਿਆ। ਅੱਛਾ, ਇਹਦੇ ਮਨ ਵਿੱਚ ਭਗਤ ਸੁਦਾਮੇ ਦੇ ਮਨ ਵਿੱਚ ਇਹ ਗੱਲ ਆਈ ਜਾਂਦੀ ਮੈਂ ਮੰਗਾ ਕਿੱਦਾਂ, ਤੇ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਤੁਸੀਂ ਆ ਕੇ ਇੱਕ ਵਾਰੀ ਕਹਿ ਦਿਓ ਮਹਾਰਾਜ ਮੈਂ ਢਹਿ ਗਿਆ, ਮੈਨੂੰ ਮੰਗਣਾ ਨਹੀਂ ਆਉਂਦਾ। ਮਹਾਰਾਜ ਬਿਨਾਂ ਮੰਗਿਆ ਸਾਰਾ ਕੁਝ ਦੇਣਗੇ। ਬਾਬਾ ਆਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਮਹਾਂਪੁਰਸ਼ਾਂ ਨੇ ਗੁਰੂ ਨਾਨਕ ਸਾਹਿਬ ਨੂੰ ਕੀ ਕਿਹਾ ਸੀ ਭਲਾ? ਮਹਾਰਾਜ ਮੈਨੂੰ ਬੋਲੋ, ਮੈਨੂੰ ਮੰਗਣਾ ਨਹੀਂ ਆਉਂਦਾ। ਤੇ ਮੰਗਿਆ ਕੀ ਸੀ ਚੇਤਾ ਹੈ?